ਸਤਨਾਮ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਨਾਨਕ ਮੇਰ ਸ਼ਰੀਰ ਕਾ ਇਕ ਰਥ ਇਕ ਰਥਵਾਹੋ। जुग जुग फेर बटाई है ज्ञानी बुझै ताहे। सतजुग रथ संतोख का धर्म अगैरथ वाहो। त्रेतै रथ जतै का जोर अगैरथ वाहो। द्वापर रथ तपै का सत अगैरथ वाहो। कल जुग रथ अगन का कूड़ अगैरथ वाहो। कल जुग रथ अगन का कूड़ अगैरथ वाहो। परम सत्कारयोग गुरु रूप गुरु प्यारी साध संगत जीओ, फतेह प्रवान करो जी। वाहिगुरु जी का खालसा वाहिगुरु जी की फतेह। गुरमुख प्यारिओ, वाहिगुरु की किरपा दे नाल आपां सिख धर्म दे मोढी धन धन श्री गुरु नानक देव सच्चे पातशाह जी दे मुबारक मुख विचों फरमान कीती हुई आसा की वार दी लड़ीवार विचार कर रहे हाँ। 12 पौड़ियाँ ਅਤੇ 12 ਪੌੜੀਆਂ ਦੇ ਨਾਲ ਜੋ ਸ਼ਲੋਕ ਆਏ ਹਨ ਉਹਨਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਅੱਜ 13ਵੀਂ ਪੌੜੀ ਅਤੇ 13ਵੀਂ ਪੌੜੀ ਦੇ ਨਾਲ ਆਏ ਹੋਏ ਸ਼ਲੋਕਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਕੀ ਸਮਝਾ ਰਹੇ ਹਨ। ਸ਼ਲੋਕ ਮਹੱਲਾ ਪਹਿਲਾ। ਇਹ ਸ਼ਲੋਕ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਹੈ। ਨਾਨਕ ਮੇਰ ਸ਼ਰੀਰ ਕਾ ਇੱਕ ਰਥ ਇੱਕ ਰਥਵਾਹੋ। ਇਸ ਸ਼ਲੋਕ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਅੰਦਰ ਦਾ ਗਿਆਨ ਬਖਸ਼ਿਸ਼ ਕਰ ਰਹੇ ਹਨ, ਅੰਦਰ ਦਾ ਪ੍ਰਕਾਸ਼ ਬਖਸ਼ਿਸ਼ ਕਰ ਰਹੇ ਹਨ ਉਦਾਹਰਨਾਂ ਦੇ ਦੇ ਕੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਪਹਿਲਾਂ ਜਿਹੜਾ ਸਮੇਂ ਦੀ ਵੰਡ ਸੀ, ਆਮ ਤੌਰ 'ਤੇ ਆਪਾਂ ਦੇਖਦੇ ਹਾਂ ਹਿੰਦੂ ਮੱਤ ਦੇ ਅਨੁਸਾਰ, ਕਿਉਂਕਿ ਜਦ ਆਪਾਂ ਗੁਰਮੁਖ ਪਿਆਰਿਓ ਗੁਰਬਾਣੀ ਨੂੰ ਪੜ੍ਹਦੇ ਹਾਂ ਨਾ, ਸਾਨੂੰ ਹਿੰਦੂ ਮੱਤ ਬਾਰੇ ਵੀ ਕਾਫੀ ਨੌਲੇਜ ਹੋ ਜਾਂਦੀ ਹੈ, ਸਾਨੂੰ ਮੁਸਲਮਾਨ ਮੱਤ ਬਾਰੇ ਵੀ ਕਾਫੀ ਨੌਲੇਜ ਹੋ ਜਾਂਦੀ ਹੈ ਅਤੇ ਸਾਨੂੰ ਜੋਗੀਆਂ ਬਾਰੇ ਵੀ ਕਾਫੀ ਕੁਝ ਪਤਾ ਲੱਗ ਜਾਂਦਾ, ਕਿਉਂਕਿ ਇਹ ਸੰਪੂਰਨ ਗਿਆਨ ਆ, ਪੂਰਨ ਗਿਆਨ ਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਗੁਰਮੁਖੋ, ਪਹਿਲਾਂ ਸਮੇਂ ਦੀ ਵੰਡ ਨੂੰ ਜਿਹੜਾ ਵੱਖਰੇ ਵੱਖਰੇ ਤਰੀਕੇ ਦੇ ਨਾਲ ਵੰਡਿਆ ਹੋਇਆ ਸੀ। ਪਹਿਲਾਂ ਕਿਹਾ ਜਾਂਦਾ ਸੀ ਸਤਯੁਗ, ਸਤਯੁਗ ਤੋਂ ਬਾਅਦ ਤ੍ਰੇਤਾ, ਤ੍ਰੇਤੇ ਤੋਂ ਬਾਅਦ ਦੁਆਪਰ, ਦੁਆਪਰ ਤੋਂ ਬਾਅਦ ਕਲਯੁਗ। ਇਹ ਚਾਰੇ ਸਮੇਂ, ਚਾਰੇ ਹਿੱਸੇ ਅਤੇ ਚਾਰਾਂ ਦੇ ਵਿੱਚ ਨਾਮ ਵੱਖਰੇ ਵੱਖਰੇ ਹੋ ਗਏ ਉਹ ਪਰਮਾਤਮਾ ਦੇ, ਜਦ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮਨੁੱਖ ਦਾ ਸਰੀਰ ਅਤੇ ਮਨੁੱਖ ਦੇ ਸਰੀਰ ਨੂੰ ਚਲਾਉਣ ਵਾਲਾ ਇਹਦਾ ਮਨ ਅਤੇ ਇਹਦਾ ਸੁਭਾਅ ਦੋ ਚੀਜ਼ਾਂ ਹੁੰਦੀਆਂ। ਜਿਸ ਤਰ੍ਹਾਂ ਆਪਾਂ ਐਂ ਸਮਝ ਲਈਏ ਵੀ ਕੱਛੂ ਕੁੰਮਾ ਅਤੇ ਉਹਦਾ ਉੱਪਰਲਾ ਖੋਲ, ਦੋ ਚੀਜ਼ਾਂ ਉਹ ਹੈ, ਜੜੁੱਤ ਹੈ ਦੋ ਚੀਜ਼ਾਂ ਉਹ, ਅੰਦਰ ਕੱਛੂ ਕੁੰਮਾ ਉੱਪਰ ਖੋਲ ਆ। ਇਸੇ ਤਰ੍ਹਾਂ ਸਾਡੇ ਅੰਦਰ ਸਾਡਾ ਮਨ ਆ, ਸਾਡਾ ਸੁਭਾਅ ਅਤੇ ਉੱਪਰ ਸਾਡਾ ਸਰੀਰ ਆ। ਜਿਹੋ ਜਿਹਾ ਮਨ ਆ, ਜਿਹੋ ਜਿਹਾ ਸਾਡਾ ਸੁਭਾਅ, ਉਹੋ ਜਿਹਾ ਸਰੀਰ ਸਾਡੇ ਕੰਮ ਕਰਦਾ। ਜਾਂ ਐਂ ਕਹਿ ਲਈਏ ਵੀ ਸਰੀਰ ਇੱਕ ਗੱਡੀ ਆ, ਸਰੀਰ ਇੱਕ ਰਥ ਆ ਅਤੇ ਮਨ ਦਾ ਸੁਭਾਅ ਰਥਵਾਨ ਆ, ਉਸ ਰਥ ਨੂੰ ਚਲਾਉਣ ਵਾਲਾ ਹੈ।
ਤੇ ਇਹ ਕਿਸ ਤਰ੍ਹਾਂ ਸਮੇਂ-ਸਮੇਂ ਤੇ ਸੁਭਾਅ ਬਦਲਦਾ ਰਹਿੰਦਾ। ਜਦੋਂ ਚਲਾਉਣ ਵਾਲੇ ਰਥਵਾਨ ਦਾ, ਜਦੋਂ ਗੱਡੀ ਦੇ ਡਰਾਈਵਰ ਜਿੱਧਰ ਚਾਹੇਗਾ ਗੱਡੀ ਉੱਧਰ ਹੀ ਜਾਏਗੀ। ਸਰੀਰ ਉਹੀ ਕੰਮ ਕਰੇਗਾ ਜੋ ਮਨ ਕਹੇਗਾ। ਸਤਿਗੁਰੂ ਸੱਚੇ ਪਾਤਸ਼ਾਹ ਇਸ ਸ਼ਲੋਕ ਦੇ ਵਿੱਚ ਬਹੁਤ ਸੋਹਣੀ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ। ਇਹ ਸ਼੍ਰੋਮਣੀ ਸਰੀਰ ਪ੍ਰਾਪਤ ਹੋਇਆ, ਮਨੁੱਖਾ ਸਰੀਰ ਮਨੁੱਖ ਨੂੰ। ਭਈ ਪ੍ਰਾਪਤ ਮਾਨਕ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਹ ਵਾਰੀ ਹੈ, ਇਹ ਸ਼੍ਰੋਮਣੀ ਸਰੀਰ ਆ। ਵੱਡੀਆਂ ਵੱਡੀਆਂ ਚੀਜ਼ਾਂ ਇਸ ਮਨੁੱਖ ਨੇ ਆਪਣੇ ਵੱਸ ਵਿੱਚ ਕੀਤੀਆਂ ਹੋਈਆਂ। ਜਹਾਜ਼ਾਂ ਦੀ ਗੱਲ ਕਰ ਲਈਏ, ਸਮੁੰਦਰਾਂ ਦੀ ਗੱਲ ਕਰ ਲਈਏ, ਕਿੱਥੇ ਕਿੱਥੇ ਤੱਕ ਮਨੁੱਖ ਆਪਣੇ ਦਿਮਾਗ ਦੇ ਨਾਲ ਨਹੀਂ ਪਹੁੰਚਿਆ। ਹਾਥੀ ਇਹਨੇ ਵੱਸ ਦੇ ਵਿੱਚ ਕਰ ਲਿਆ, ਸ਼ੇਰ ਇਹਨੇ ਵੱਸ ਦੇ ਵਿੱਚ ਕਰ ਲਿਆ, ਸੱਪ ਇਹਨੇ ਵੱਸ ਦੇ ਵਿੱਚ ਕਰ ਲਿਆ। ਸਾਰਾ ਕੁਝ ਮਨੁੱਖ ਦਾ ਦਿਮਾਗ ਸਭ ਤੋਂ ਸ਼੍ਰੋਮਣੀ ਹੈ, ਤੇਜ ਆ ਮਨੁੱਖਾ ਸਰੀਰ। ਤੇ ਇਹ ਮਨੁੱਖਾ ਸਰੀਰ ਨੂੰ ਚਲਾਉਣ ਵਾਲਾ ਇੱਕ ਹੈ ਮਨ, ਤੇ ਮਨ ਦਾ ਸੁਭਾਅ। ਨਾਨਕ ਮੇਰ ਸਰੀਰ ਕਾ, ਇਹ ਸਰੀਰ ਸ਼੍ਰੋਮਣੀ ਹੈ। ਇਹਦੇ ਰਥ ਨੂੰ ਚਲਾਉਣ ਵਾਲਾ ਇੱਕ ਰਥਵਾਹ ਵੀ ਹੈ। ਭਾਵ ਮਨ ਤੇ ਮਨ ਦਾ ਸੁਭਾਅ ਇਸ ਸਰੀਰ ਨੂੰ ਚਲਾਉਂਦਾ ਹੈ ਜੀ। ਜੁਗ ਜੁਗ ਫੇਰ ਵਟਾਈ ਹੈ, ਗਿਆਨੀ ਬੁੱਝੈ ਤਾਹੇ। ਜੁਗ ਜੁਗ, ਜੁਗਾਂ ਜੁਗਾਂ ਦੇ ਅਨੁਸਾਰ ਫੇਰ ਵਟਾਈ ਹੈ। ਇਹ ਗੱਡੀ ਨੂੰ ਚਲਾਉਣ ਵਾਲਾ ਰਥਵਾਨ ਬਦਲਦਾ ਰਹਿੰਦਾ ਹੈ। ਗਿਆਨੀ ਬੁੱਝੈ ਤਾਹੇ, ਗਿਆਨਵਾਨ ਪੁਰਸ਼, ਗੁਰੂ ਨਾਲ ਜੁੜੇ ਹੋਏ ਗੁਰਮੁਖ ਪਿਆਰੇ ਇਸ ਅੰਦਰਲੀ ਖੇਡ ਨੂੰ ਸਮਝ ਲੈਂਦੇ ਹਨ। ਗੁਰੂ ਤੋਂ ਬਿਨਾਂ ਗਿਆਨ ਨਹੀਂ, ਗਿਆਨ ਤੋਂ ਬਿਨਾਂ ਧਿਆਨ ਨਹੀਂ, ਧਿਆਨ ਤੋਂ ਬਿਨਾਂ ਨਾਮ ਨਹੀਂ, ਨਾਮ ਤੋਂ ਬਿਨਾਂ ਮਲਾਪ ਨਹੀਂ, ਮਲਾਪ ਤੋਂ ਬਿਨਾਂ ਖੇੜਾ ਨਹੀਂ, ਆਨੰਦ ਨਹੀਂ। ਗੁਰੂ ਤੋਂ ਸ਼ੁਰੂ ਹੋਣਾ ਸਾਰਾ ਕੁਝ। ਜੁਗ ਜੁਗ ਫੇਰ ਵਟਾਈ ਹੈ, ਇਹ ਜੁਗਾਂ ਜੁਗਾਂ ਮੁਤਾਬਕ ਬਦਲਦਾ ਰਹਿੰਦਾ ਹੈ ਮਨੁੱਖ ਦਾ ਸੁਭਾਅ। ਗਿਆਨੀ ਇਸ ਗੱਲ ਨੂੰ ਬੁੱਝ ਲੈਂਦੇ ਹਨ। ਸਤਿਯੁਗ ਰਥ ਸੰਤੋਖ ਕਾ, ਧਰਮ ਅਗੈ ਰਥਵਾਹੋ। ਸਤਿਯੁਗ ਦੇ ਵਿੱਚ ਕਿਹਾ ਜਾਂਦਾ ਸਾਰੇ ਲੋਕ ਚੰਗੇ ਸੀ, ਕੋਈ ਕਿਸੇ ਨਾਲ ਧੋਖਾ ਠੱਗੀ ਨਹੀਂ ਕਰਦਾ ਸੀ। ਸਤਿਯੁਗ ਦੇ ਵਿੱਚ ਰਥ ਕਿਹੜਾ ਸੀ? ਸੰਤੋਖ ਦਾ। ਮਨੁੱਖ ਸੰਤੋਖੀ ਸੀ। ਤੇ ਧਰਮ ਅਗੈ ਰਥਵਾਹ, ਲੋਕ ਧਰਮੀ ਸੀ, ਧਰਮ ਦਾ ਕਰਕੇ ਸੰਤੋਖੀ ਸੀ। ਸਤਿਯੁਗ ਦੇ ਵਿੱਚ ਲੋਕ ਸੌਖੇ ਸੀ, ਲੋਕ ਧਰਮੀ ਸੀ, ਧਰਮ ਦਾ ਕਰਕੇ, ਧਰਮ ਨੂੰ ਜਾਣਦੇ ਕਰਕੇ ਸੰਤੋਖੀ ਸੀ। ਇਹਦਾ ਮਤਲਬ ਇਹ ਹੋ ਗਿਆ ਵੀ ਧਰਮ ਆ ਜਿਹੜਾ ਸੰਤੋਖ ਪੈਦਾ ਕਰਦਾ। ਜਿੱਥੇ ਸੰਤੋਖ ਪੈਦਾ ਨਾ ਹੋਵੇ, ਜਿੱਥੇ ਹਬੜ ਹਬੜ ਹੋਵੇ, ਜਿੱਥੇ ਹੋਰ ਹੋਵੇ ਦਾ ਮਤਲਬ ਉੱਥੇ ਨਕਲੀ ਧਰਮ ਆ। ਅਸਲੀ ਧਰਮ ਕੀ ਕਰਦਾ? ਸਤਿਯੁਗ ਰਥ ਸੰਤੋਖ ਕਾ। ਸਤਿਯੁਗ ਦੇ ਵਿੱਚ ਰਥ ਸੀ ਸੰਤੋਖ ਦਾ, ਤੇ ਧਰਮ ਅੱਗੇ ਰਥਵਾ, ਲੋਕ ਧਰਮੀ ਸੀ, ਧਰਮ ਦੇ ਮੁਤਾਬਕ ਚੱਲਦੇ ਸੀ, ਇਸ ਕਰਕੇ ਸੰਤੋਖੀ ਸਨ। ਤ੍ਰੇਤਾ ਰਥ ਜਤੈ ਕਾ, ਜੋਰ ਅੱਗੇ ਰਥਵਾਹੋ। ਤ੍ਰੇਤਾ ਆ ਗਿਆ, ਸਤਿਯੁਗ ਚਲਿਆ ਗਿਆ, ਤ੍ਰੇਤਾ ਆ ਗਿਆ। ਤ੍ਰੇਤੇ ਦੇ ਵਿੱਚ ਰਥ ਕਿਹੜਾ ਸੀ? ਜਤ ਦਾ। ਜਤ ਸਤ ਕੈਮ ਸੀ। ਕਿਹੜਾ ਸਮਾਂ ਸੀ? ਸ੍ਰੀ ਰਾਮਚੰਦਰ ਜੀ ਦਾ ਸਮਾਂ ਸੀ। ਜਤ ਸਤ ਦਾ ਸਮਾਂ ਸੀ ਤ੍ਰੇਤੇ ਦੇ ਵਿੱਚ। ਤ੍ਰੇਤੈ ਰਥ ਜਤੈ ਕਾ, ਜੋਰ ਅੱਗੇ ਰਥਵਾਹ। ਜੋਰ ਦੇ ਨਾਲ ਲੜਾਈਆਂ ਝਗੜੀਆਂ ਸ਼ੁਰੂ ਹੋ ਗਏ ਹੋਣੇ ਤ੍ਰੇਤੇ ਦੇ ਵਿੱਚ। ਇਹ ਜੋਰ ਦਾ ਅੱਗੇ ਜਿਹੜਾ ਸੀ ਇਹ ਰਥਵਾਹ ਬਣ ਗਿਆ, ਇਹ ਜੋਰ ਵਾਲਾ ਬਣ ਗਿਆ, ਤੇ ਰਥ ਬਣ ਗਿਆ ਜਤ ਸਤ ਦਾ। ਦੁਆਪਰ ਰਥ ਤਪੈ ਕਾ। ਦੁਆਪਰ ਦੇ ਵਿੱਚ ਸ੍ਰੀ ਕ੍ਰਿਸ਼ਨ ਜੀ ਦਾ ਸਮਾਂ ਸੀ, ਉਦੋਂ ਤਪ ਜ਼ਿਆਦਾ ਕੀਤਾ ਜਾਂਦਾ ਸੀ। ਦੁਆਪਰ ਰਥ, ਦੁਆਪਰ ਦੇ ਵਿੱਚ ਰਥ ਤਪਦਾ ਸੀ। ਸਤ ਅੱਗੇ ਰਥਵਾਹ, ਤੇ ਲੋਕਾਂ ਦੇ ਵਿੱਚ ਸਤ ਸੀ, ਸਤ ਦੇ ਵਾਲੇ ਸੀਗੇ ਲੋਕ, ਚੰਗੇ ਆਚਰਣ ਵਾਲੇ ਸੀਗੇ, ਚੰਗੇ ਸੁਭਾਅ ਵਾਲੇ ਸੀ। ਇਹ ਜਿਹੜਾ ਮਨ ਚੰਗੇ ਸੁਭਾਅ ਵਾਲਾ ਅੱਗੇ ਸੀ, ਤੇ ਜਿਹੜਾ ਸਮਾਂ ਸੀ ਤਪ ਕਰਨ ਦਾ ਸੀ। ਕਲਯੁਗ ਰਥ ਅਗਨ ਕਾ, ਕੂੜ ਅੱਗੇ ਰਥਵਾਹੋ। ਤੇ ਕਲਯੁਗ ਦਾ ਜਿਹੜਾ ਸਮਾਂ ਭਾਈ, ਇੱਥੇ ਆ ਰਥ ਅਗਨੀ ਦਾ। ਸਾਰਿਆਂ ਦੇ ਅੰਦਰ ਤ੍ਰਿਸ਼ਨਾ ਦੀ ਅਗਨੀ ਭੜਕ ਰਹੀ ਹੈ, ਅੱਗ ਦੀਆਂ ਨਾਲਾਂ ਹੀ ਆ। ਅੱਜ ਕੱਲ੍ਹ ਆਪਾਂ ਦੇਖਦੇ ਹਾਂ ਜਿੰਨੇ ਵੀ ਬੱਚੇ ਦੇਖਦੇ ਹਾਂ ਸਭ ਅੱਗ ਦੀਆਂ ਨਾਲਾਂ ਹੀ ਆ, ਕਿਉਂਕਿ ਕਲਯੁਗ ਰਥ ਅਗਨ ਕਾ,
ਕੂੜ ਅੱਗੇ ਰਥਵਾਹ। ਇੱਥੇ ਝੂਠ ਮਸ਼ਹੂਰ ਆ ਭਾਈ, ਝੂਠ ਅੱਗੇ ਆ। ਕਲਯੁਗ ਦੇ ਵਿੱਚ ਝੂਠ ਫਲੇਗਾ, ਸੱਚ ਨੂੰ ਮਾਰਾਂ ਪੈਣਗੀਆਂ। ਇਹ ਕਲਯੁਗ ਦਾ ਸਮਾਂ ਭਾਈ, ਕਿਉਂਕਿ ਇੱਥੇ ਰਥ ਅਗਨੀ ਦਾ ਤੇ ਝੂਠਾ ਜਿਹੜਾ ਸੁਭਾਅ, ਝੂਠਾ ਮਨ, ਇਹ ਅੱਗੇ ਲੱਗਿਆ ਹੋਇਆ। ਹੁਣ 4 ਹਿੱਸੇ ਤੇ 4 ਹਿੱਸਿਆਂ ਦੇ ਵਿੱਚ 4 ਤਰ੍ਹਾਂ ਦੇ ਸੁਭਾਅ ਹੋ ਗਏ। ਸਤਜੁਗ ਰਥ ਸੰਤੋਖ ਕਾ ਧਰਮ ਅੱਗੇ ਰਥਵਾ, त्रेतै रथ जतै का जोर अग्गै रथवा, द्वापर रथ तपै का सत अग्गै रथवा, कलयुग रथ अगन का कूड़ अग्गै रथवा। इत्थे कूड़ झूठ अग्गे जिहड़ा है चलाउण वाला जिंदगी नूं बणिया बैठा है कलयुग के समय दे विच। हुण ये बाहरला समा हो गया सारा। जो ब्रह्मंडे सोई पिंडे, जो खोजै सो पावै। हुण बाहरली सारी संसार दी ਜਾਂ ਆਪਾਂ ਕਹਿ ਲਈਏ ਸਾਰੇ ਭਾਰਤ ਵਿੱਚ ਜੋ ਧਰਮ ਮੰਨਿਆ ਜਾਂਦੇ ਸੀ ਪੁਰਾਣੇ, ਉਹਨਾਂ ਦੀ ਵਿਚਾਰ ਹੋ ਗਈ ਬਾਹਰਲੀ। ਹੁਣ ਇਹ ਸਾਰਾ ਕੁਝ ਅੰਦਰ ਕਿਵੇਂ ਵਾਪਰਦਾ, ਅੰਦਰ ਸਤਜੁਗ ਕਿਵੇਂ ਵਾਪਰਦਾ, ਅੰਦਰ ਤ੍ਰੇਤਾ ਕਿਵੇਂ ਵਾਪਰਦਾ, ਇਹਨੂੰ ਵੀ ਸਮਝਣ ਦੀ ਲੋੜ ਆ। ਕਿਉਂ? ਕਿਉਂਕਿ ਜੇ ਆਪਾਂ ਇੰਨੀ ਗੱਲ ਕਰਕੇ ਛੱਡ ਦੇਵਾਂਗੇ ਬਈ ਸਤਜੁਗ ਵੇਲੇ ਲੋਕ ਚੰਗੇ ਸੀ, ਤ੍ਰੇਤੇ ਵੇਲੇ ਥੋੜ੍ਹੇ ਜਿਹੇ ਹੋਰ ਹੋ ਗਏ, ਦੁਆਪਰ ਵੇਲੇ ਹੋਰ ਹੋ ਗਏ, ਕਲਯੁਗ ਵੇਲੇ ਹੋਰ ਹੋ ਗਏ, ਫਿਰ ਇੱਥੋਂ ਸਾਨੂੰ ਸਿੱਖਿਆ ਕੀ ਮਿਲੀ? ਕਿਉਂਕਿ ਗੁਰਬਾਣੀ ਦੀ ਇੱਕ ਇੱਕ ਪੰਕਤੀ, ਇੱਕ ਇੱਕ ਗੱਲ ਸਾਨੂੰ ਹੁਣ ਜੋ ਅਸੀਂ ਸਿੱਖਦੇ ਹਾਂ, ਸਿੱਖ ਰਹੇ ਹਾਂ, ਸਿਖਿਆਰਥੀ ਬਣੇ ਹੋਏ ਹਾਂ, ਵਿਦਿਆਰਥੀ ਬਣੇ ਹੋਏ ਹਾਂ, ਸਾਨੂੰ ਗੁਰਬਾਣੀ ਨੇ ਕੀ ਸਿੱਖਿਆ ਦਿੱਤੀ, ਇਹਦੇ ਵਿੱਚੋਂ, ਇਸ ਸ਼ਲੋਕ ਦੇ ਵਿੱਚੋਂ ਸਾਨੂੰ ਹੁਣ ਕੀ ਪਤਾ ਲੱਗਿਆ, ਉਹ ਮਹਾਰਾਜ ਸੱਚੇ ਪਾਤਸ਼ਾਹ ਭਾਵ ਅਰਥ ਕਿਹਾ ਜਾਂਦਾ ਇਹਨੂੰ। ਪਹਿਲਾਂ ਸ਼ਬਦ ਆ, ਵਾਕ ਆ ਬਣਦੇ, ਪੰਕਤੀਆਂ ਬਣ ਜਾਂਦੀਆਂ, ਫਿਰ ਅਰਥ ਬਣ ਜਾਂਦੇ ਆ, ਫਿਰ ਭਾਵ ਅਰਥ ਬਣਦੇ ਆ। ਭਾਵ ਅਰਥ ਅਸਲੀ ਹੁੰਦੇ ਆ। ਹੁਣ ਇਹ ਬਾਹਰਲਾ ਸਾਰਾ ਵਰਤਾਰਾ ਵਰਤਾ ਕੇ, ਦਿਖਾ ਕੇ, ਸਾਨੂੰ ਸਮਝਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਅੰਦਰ ਲਿਜਾਣਾ ਚਾਹੁੰਦੇ ਆ ਕਿ ਅੱਜ ਵੀ ਮਨੁੱਖ ਦੇ ਅੰਦਰ ਸਤਿਯੁਗ ਵਾਪਰ ਸਕਦਾ ਹੈ ਅਗਰ ਚਾਰੇ ਪੈਰ ਧਰਮ ਦੇ ਲੱਗੇ ਹੋਣ। ਹੁਣ ਦੇਖੋ ਗੁਰਮਤਿ ਮੁਤਾਬਕ ਕਿਵੇਂ ਵੰਡੀ, ਅੰਦਰ ਵੰਡੀ ਮਨੁੱਖ ਦੇ ਕਿਵੇਂ ਪੈਂਦੀ ਹੈ। ਜਦੋਂ ਪੂਰਾ ਮਨੁੱਖ ਧਰਮੀ ਹੈ, ਜਾਂ ਬਚਪਨ ਦੇ ਵਿੱਚ ਜਿਵੇਂ ਬੱਚਾ ਹੁੰਦਾ, ਕੋਈ ਹੇਰਾ ਫੇਰੀ ਨਹੀਂ, ਕੁਛ ਨਹੀਂ, ਉਦੋਂ ਸਤਜੁਗ ਦੇ ਵਿੱਚ ਹੁੰਦਾ ਮਨੁੱਖ। ਫਿਰ ਉਦੋਂ ਬਾਅਦ ਦੁਨੀਆਦਾਰੀ ਦੇ ਵਿੱਚ ਆ ਜਾਂਦਾ, ਮਨੁੱਖ ਦੇ ਸੁਭਾਅ ਦੇ ਉੱਪਰ, ਮਨੁੱਖ ਦੇ ਮਨ ਦੇ ਉੱਪਰ ਤ੍ਰੇਤਾ ਵਾਪਰਦਾ। ਭਾਵ ਧਰਮ ਦੀ, ਧਰਮ ਦੇ ਬਲਦ ਦੀ ਜੋ 4 ਟੰਗਾਂ ਦੇ ਉੱਪਰ ਖੜਾ ਸੀ, ਬੜੇ ਆਰਾਮ ਨਾਲ ਖੜਾ ਸੀ, 1 ਲੱਤ ਵੱਢ ਦਿੱਤੀ ਜਾਵੇ, 3 ਲੱਤਾਂ ਤੇ ਧਰਮ ਦਾ ਬਲਦ ਡਗਮਗਾਉਣ ਲੱਗ ਜਾਂਦਾ। 4 ਲੱਤਾਂ ਤੇ ਖੜਨ ਵਾਲੀ ਚੀਜ਼ ਦੀ ਜੇ 1 ਲੱਤ ਕੱਟ ਦਿੱਤੀ ਜਾਵੇ, 3 ਲੱਤਾਂ ਤੇ ਉਹ ਗੇੜੇ ਖਾਂਦਾ, ਉਹ ਹਿੱਲਣਾ ਸ਼ੁਰੂ ਹੋ ਜਾਂਦਾ, ਉਹ ਆਰਾਮ ਮਹਿਸੂਸ ਨਹੀਂ ਹੁੰਦਾ। ਇਹ ਤ੍ਰੇਤਾ ਵਾਪਰਦਾ ਸਾਡੇ ਅੰਦਰ ਜਦੋਂ ਅਸੀਂ ਥੋੜ੍ਹੇ ਜਿਹੇ ਗੁਰੂ ਤੋਂ, ਪਰਮਾਤਮਾ ਤੋਂ, ਅਕਾਲ ਪੁਰਖ ਤੋਂ, ਸਤਿਯੁਗ ਤੋਂ ਦੂਰ ਹੋ ਜਾਂਦੇ ਹਾਂ, ਤ੍ਰੇਤੇ ਵਾਪਰ ਜਾਂਦਾ। ਉਸ ਤੋਂ ਬਾਅਦ ਜਦੋਂ ਸਾਡੀ ਹੋਰ ਦੂਰੀ ਪੈ ਜਾਂਦੀ ਹੈ, ਫਿਰ ਦੁਆਪਰ ਵਾਪਰਦਾ। ਫਿਰ ਅੱਧਾ ਬੰਦਾ ਧਰਮੀ ਤੇ ਅੱਧਾ ਅਧਰਮੀ, ਅੱਧਾ ਝੂਠਾ। ਪਹਿਲਾਂ ਸਾਰਾ ਸੱਚਾ ਸੀ ਸਤਿਯੁਗ ਦੇ ਵਿੱਚ, ਥੋੜ੍ਹਾ ਜਿਹਾ ਝੂਠ ਆ ਗਿਆ, 1 ਕਲਾ, 3 ਹਿੱਸੇ ਚੰਗਾ, 1 ਹਿੱਸੇ ਮਾੜਾ। ਹੁਣ ਦੁਆਪਰ ਦੇ ਵਿੱਚ, ਦੁਆਪਰ ਕਿਵੇਂ ਵਾਪਰਦਾ ਸਾਡੇ ਅੰਦਰ, 50-50 ਹੋ ਗਿਆ, ਅੱਧਾ ਚੰਗਾ ਤੇ ਅੱਧਾ ਮਾੜਾ। ਉਸ ਤੋਂ ਬਾਅਦ ਫਿਰ ਕਲਯੁਗ ਜਦੋਂ ਵਾਪਰਦਾ ਸਾਡੇ ਉੱਪਰ, ਫਿਰ ਕੀ ਹੁੰਦਾ, 3 ਹਿੱਸੇ ਮਾੜੇ ਤੇ 1 ਹਿੱਸਾ ਚੰਗਾ। ਤਿੰਨ ਜਿਹੜੇ ਮਨੁੱਖ ਬੁਰੇ ਮਿਲਣਗੇ, 1 ਮਨੁੱਖ ਚੰਗਾ ਮਿਲੂਗਾ। ਇਸ ਤਰ੍ਹਾਂ ਦਾ ਸੁਭਾਅ ਸਾਡਾ ਬਣ ਜਾਂਦਾ। ਸਾਡੇ ਅੰਦਰ ਇਹ ਸਤਿਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ ਇਸ ਤਰ੍ਹਾਂ ਵਾਪਰਦਾ ਭਾਈ। ਅਸੀਂ ਹੁਣ ਭਾਵੇਂ ਮੰਨ ਲਈਏ ਬਾਹਰੋਂ ਕਲਯੁਗ ਆ, ਪਰ ਅਸੀਂ ਸਤਿਯੁਗ ਦੇ ਵਾਸੀ ਹੋ ਸਕਦੇ ਹਾਂ ਅਗਰ ਧਰਮੀ ਹੋ ਜਾਈਏ, ਅਗਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੱਚਾ ਧਰਮ ਜਾਣ ਲਈਏ, ਤਾਂ ਇਹ ਅੰਦਰ ਦੀਆਂ ਕਿਰਿਆਵਾਂ, ਅੰਦਰੋਂ ਅਸੀਂ ਅੱਜ ਵੀ ਸੁਖੀ ਹੋ ਸਕਦੇ ਹਾਂ। ਇਹ ਸਰੀਰ ਪ੍ਰਮਾਤਮਾ ਵਾਹਿਗੁਰੂ ਨੇ ਬਖਸ਼ਿਸ਼ ਕੀਤਾ, ਇਹ ਪ੍ਰਮਾਤਮਾ ਦੇ ਮਿਲਾਪ ਵਾਸਤੇ ਆ। ਗੁਰੂ ਨਾਲ ਜੁੜ ਕੇ ਅਸੀਂ ਸਹੀ ਰਸਤੇ 'ਤੇ ਚੱਲ ਸਕਦੇ ਹਾਂ, ਗੁਰੂ ਤੋਂ ਟੁੱਟ ਕੇ ਅਸੀਂ ਕਲਯੁਗ ਦੇ ਵਿੱਚ ਫਸ ਜਾਂਦੇ ਹਾਂ। ਭਾਵ ਗੁਰੂ ਦੇ ਨਾਲ ਜੁੜਿਆ ਹੋਇਆ, ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਮਨੁੱਖ ਅੱਜ ਵੀ ਸਤਸੰਗ ਦੇ ਵਿੱਚ, ਸਤਯੁਗ ਦੇ ਵਿੱਚ ਆ। ਥੋੜ੍ਹਾ ਜਿਹਾ ਵਿਗੜਿਆ ਹੋਇਆ ਤ੍ਰੇਤੇ 'ਚ, ਹੋਰ ਵਿਗੜਿਆ ਹੋਇਆ ਦੁਆਪਰ 'ਚ, ਹੋਰ ਵਿਗੜਿਆ ਹੋਇਆ
ਕਲਯੁਗ ਦੇ ਵਿੱਚ। ਪਰ ਧਰਮ ਦਾ ਇੱਕ ਪੈਰ ਕਲਯੁਗ ਦੇ ਵਿੱਚ ਵੀ ਲੱਗਿਆ ਹੋਇਆ। ਉਹ ਤਿੰਨੇ ਪੈਰ ਜਿਹੜੇ ਚੱਕੇ ਆ ਅਸੀਂ ਫੇਰ ਦੁਬਾਰੇ ਲਾ ਸਕਦੇ ਹਾਂ ਆਪਣੇ ਅੰਦਰ। ਧਰਮ ਰੂਪੀ ਬਲਦ ਨੇ ਜਿਹੜੇ ਚੱਕੇ ਹੋਏ ਆ, ਗੁਰੂ ਨਾਲ ਜੁੜ ਕੇ ਆਪਣੇ ਅੰਦਰ ਧਰਮ ਪੈਦਾ ਕਰ ਲਈਏ, ਸੰਤੋਖ ਪੈਦਾ ਕਰ ਲਈਏ, ਤਾਂ ਸਤਿਯੁਗ ਦੇ ਵਾਸੀ ਅੱਜ ਵੀ ਹੋ ਸਕਦੇ ਹਾਂ। ਮਹੱਲਾ ਪਹਿਲਾ। ਸ਼ਾਮ ਕਹਿ ਸੇਤੰਬਰ ਸੁਆਮੀ, ਸਚ ਮੈਂ ਆਛੈ ਸਾਚ ਰਹੇ, ਸੱਚ ਕੋ ਸੱਚ ਸਮਾਵੈ। ਹੁਣ ਇਹ ਚਾਰੇ ਸਤਿਯੁਗ, ਤ੍ਰੇਤਾ ਤੇ ਦੁਆਪਰ, ਕਲਯੁਗ, ਇਹਦੇ ਵਿੱਚ ਚਾਰੇ ਹੀ ਵੇਦ ਮੰਨੇ ਜਾਂਦੇ ਸੀ। ਜੋ ਵੇਦਾਂ ਦੀ ਵਿਚਾਰ ਸੀ ਨਾ, ਇਹ ਸਤਿਯੁਗ ਦਾ ਵੇਦ ਸੀ ਸ਼ਾਮ ਵੇਦ, ਤ੍ਰੇਤੇ ਦਾ ਵੇਦ ਸੀ ਰਿਗ ਵੇਦ, ਦੁਆਪਰ ਦਾ ਵੇਦ ਸੀ ਯਜੁਰ ਵੈਦ, ਕਲਯੁਗ ਦਾ ਵੇਦ ਹੈ ਅਥਰਵਣ ਵੈਦ। ਤੇ ਇਹਦੇ ਵਿੱਚ ਰੰਗ ਵੀ ਵੰਡੇ ਹੋਏ ਸੀ। ਸਤਿਯੁਗ ਦੇ ਵਿੱਚ ਚਿੱਟਾ ਰੰਗ ਚੱਲਦਾ ਸੀ, ਤ੍ਰੇਤੇ ਦੇ ਵਿੱਚ ਪੀਲਾ ਰੰਗ ਚੱਲਦਾ ਸੀ, ਤੇ ਦੁਆਪਰ ਦੇ ਵਿੱਚ ਲਾਲ ਰੰਗ ਚੱਲਦਾ ਸੀ, ਕਲਯੁਗ ਦੇ ਵਿੱਚ ਕਾਲਾ ਰੰਗ ਚੱਲ ਰਿਹਾ ਹੈ। ਇਸ ਤਰ੍ਹਾਂ ਚਾਰੇ ਯੁੱਗ ਚਾਰੇ ਤਰ੍ਹਾਂ ਦੇ ਨਾਲ ਵੰਡੇ ਹੋਏ ਸੀ। ਮਹਾਰਾਜ ਉਹ ਸਮਝਾ ਰਹੇ ਹਨ। ਸ਼ਾਮ ਕਹਿ ਸੇਤੰਬਰ ਸੁਆਮੀ, ਸ਼ਾਮ ਵੇਦ, ਦੇਖੋ ਚਾਰੇ ਵੇਦਾਂ ਦੀ ਜਾਣਕਾਰੀ ਵੀ ਗੁਰੂ ਪਾਤਸ਼ਾਹ ਜੀ ਬਖਸ਼ ਰਹੇ ਹਨ। ਸ਼ਾਮ ਕਹਿ ਸੇਤੰਬਰ ਸੁਆਮੀ, ਸ਼ਾਮ ਵੇਦ ਦਾ ਕਹਿਣਾ ਹੈ ਕਿ ਸੇਤੰਬਰ ਹੁੰਦਾ ਚਿੱਟਾ, ਚਿੱਟਾ ਰੰਗ, ਚਿੱਟੇ ਰੂਪ ਦੇ ਵਿੱਚ ਸੁਆਮੀ ਆ, ਮਾਲਕ ਆ। ਸੱਚ ਮਹਿ ਆਛੈ ਸਾਚ ਰਹਿ। ਤੇ ਉਸ ਸਮੇਂ ਸਤਿਯੁਗ ਦੇ ਸਮੇਂ ਦੇ ਵਿੱਚ ਸੱਚ ਦੇ ਲੋਕ ਉਪਾਸ਼ਕ ਸੀ। ਸੱਚ ਮੈਂ ਆਛੈ, ਸੱਚ ਨੂੰ ਚਾਹੁੰਦੇ ਸੀ, ਸੱਚ ਦੀ ਇੱਛਾ ਸੀ। ਕਿਉਂਕਿ ਜਿੰਨਾ ਚਿਰ ਸਾਡੇ ਅੰਦਰ ਇੱਛਾ ਨਹੀਂ ਪੈਦਾ ਹੁੰਦੀ ਨਾ ਸੱਚ ਲੈਣ ਦੀ, ਉਹਨਾਂ ਚਿਰ ਸੱਚ ਅੰਦਰ ਜਾ ਨਹੀਂ ਸਕਦਾ। ਅਸੀਂ ਤਿਆਰ ਕਰ ਸਕਦੇ ਹਾਂ ਬਾਹਰੋਂ, ਗੁਰਬਾਣੀ ਸਾਨੂੰ ਤਿਆਰ ਕਰਦੀ ਹੈ ਕਿ ਅਸੀਂ ਸੱਚ ਨੂੰ ਅੰਦਰ ਲੈ ਕੇ ਜਾਈਏ, ਸਤਿਯੁਗ ਆਪਣੇ ਅੰਦਰ ਵਰਤਾਈਏ, ਭਾਵੇਂ ਬਾਹਰ ਕਲਯੁਗ ਹੀ ਆ, ਅੰਦਰ ਸਤਿਯੁਗ ਵਰਤਾ ਲਈਏ। ਸੱਚ ਮੈਂ ਆਛੈ ਸਾਚ ਰਹੇ। ਸਤਿਯੁਗ ਦੇ ਵਿੱਚ ਕੀ ਹੈ ਭਾਈ, ਚਿੱਟਾ ਹੀ ਸਾਰਾ ਕੁਝ ਪ੍ਰਕਾਸ਼ਮਾਨ ਆ। ਇੱਥੇ ਭਾਵ ਕੀ ਹੈ, ਅਰਥ ਗਿਆਨ, ਆਤਮਿਕ ਗਿਆਨ ਹੋ ਜਾਣਾ, ਕਾਲ ਖੰਦਰੋਂ ਕੱਢ ਦੇਣੀ, ਨਿਰਅੰਜਨ ਰੂਪ ਹੋ ਜਾਣਾ। ਸੱਚ ਮੈਂ ਆਛੈ ਸਾਚ ਰਹਿ, ਸੱਚ ਦੀ ਇੱਛਾ ਪੈਦਾ ਹੋ ਜਾਣੀ ਤੇ ਸੱਚ ਦੇ ਵਿੱਚ ਸਮਾ ਜਾਣਾ। ਸਭ ਕੋ ਸੱਚ ਸਮਾਵੈ, ਸਾਰੇ ਹੀ ਸੱਚ ਦੇ ਵਿੱਚ ਸਮਾਏ ਹੋਏ ਸੀ। ਉਹਨਾਂ ਨੂੰ ਅੱਜ ਵੀ ਆਪਾਂ ਸਤਿਯੁਗੀ ਪੁਰਸ਼ ਕਹਿ ਸਕਦੇ ਹਾਂ, ਜਿਹੜੇ ਸੱਚ ਦੇ ਵਿੱਚ ਸਮਾ ਜਾਂਦੇ ਹਨ। ਰਿਗ ਕਹਿ ਰਹਿਆ ਭਰਪੂਰ। ਫਿਰ ਆ ਗਿਆ ਭਾਈ ਦੂਜਾ ਸਮਾਂ ਤ੍ਰੇਤੇ ਦਾ। ਤ੍ਰੇਤੇ ਦੇ ਵਿੱਚ ਰਿਗ ਵੇਦ ਸੀ ਜਿਹੜਾ, ਉਹਦਾ ਸਮਾਂ ਆ ਗਿਆ। ਉਹ ਕੀ ਕਹਿ ਰਿਹਾ, ਉਹਦੀ ਰਿਗ ਵੇਦ ਦੀ ਵਿਚਾਰ ਕੀ ਹੈ। ਰਿਗ ਕਹਿ ਰਹਿਆ ਭਰਪੂਰ। ਰਿਗ ਵੇਦ ਕਹਿੰਦਾ ਭਾਈ ਭਰਪੂਰ ਤੌਰ ਤੇ ਉਹਦੀ ਜੋਤ, ਸਾਰਾ ਕੁਝ ਇੱਥੇ ਜਿਹੜਾ ਵਸ ਰਿਹਾ ਹੈ। ਕਿਹਦਾ ਨਾਮ ਲਿਆ ਜਾਂਦਾ ਤ੍ਰੇਤੇ ਦੇ ਵਿੱਚ, ਕਿਹਦੇ ਨਾਲ ਜੋੜਿਆ ਜਾਂਦਾ ਸੀ। ਰਾਮ ਨਾਮ ਦੇ ਬਾ ਮਹਿਸੂਰ। ਸ਼੍ਰੀ ਰਾਮ ਚੰਦਰ ਜੀ ਦਾ ਨਾਮ ਉਸ ਸਮੇਂ ਸਾਰੇ ਦੇਵਤਿਆਂ ਦੇ ਵਿੱਚੋਂ ਸੂਰਜ ਵਾਂਗੂ ਸੀ, ਸੂਰਜ ਵਾਂਗੂ ਚਮਕ ਰਿਹਾ ਸੀ। ਤ੍ਰੇਤੇ ਦੇ ਵਿੱਚ ਸ਼੍ਰੀ ਰਾਮ ਚੰਦਰ ਜੀ ਦਾ ਨਾਮ ਨਾਏ ਲਿਆ ਪਰਾਸ਼ਤ ਜਾਹੇ। ਉਸ ਸਮੇਂ ਤ੍ਰੇਤੇ ਦੇ ਵਿੱਚ ਮੰਨਿਆ ਜਾਂਦਾ ਸੀ ਜਿਹੜਾ ਸ਼੍ਰੀ ਰਾਮ ਚੰਦਰ ਜੀ ਦਾ ਨਾਮ ਲਵੇਗਾ ਉਹਦੇ ਪਰਾਸ਼ਤ, ਉਹਦੇ ਦੁੱਖ ਪਾਪ ਕੱਟੇ ਜਾਣਗੇ। ਨਾਨਕ ਤਉ ਮੁਖ ਅੰਤਰ ਪਾਹੇ। ਉਹਨਾਂ ਨੂੰ ਮੁਕਤੀ ਪ੍ਰਾਪਤ ਹੋ ਜਾਊਗੀ ਭਾਈ ਜਿਹੜੇ ਰਾਮ ਦੇ ਨਾਮ ਨਾਲ ਜੁੜਨਗੇ। ਫਿਰ ਅੱਗੇ ਤ੍ਰੇਤੇ ਦੇ ਵਿੱਚ ਇਸ ਤਰ੍ਹਾਂ ਮੰਨਿਆ ਜਾਂਦਾ ਸੀ, ਸ਼੍ਰੀ ਰਾਮ ਚੰਦਰ ਜੀ ਦਾ ਨਾਮ ਚੱਲਦਾ ਸੀ। ਉਸ ਤੋਂ ਬਾਅਦ ਫਿਰ ਆ ਗਿਆ ਦੁਆਪਰ। ਸੱਚ ਦੇ ਵਿੱਚ ਕੋਈ ਅਵਤਾਰ ਨਹੀਂ ਸੀ, ਸਾਰੇ ਸੱਚ ਦੇ ਨਾਲ ਜੁੜੇ ਹੋਏ ਸੀ। 52 ਅਵਤਾਰ ਮੰਨਿਆ ਜਾਂਦਾ, ਭਾਵ ਕਿਸੇ ਦੀ ਲੋੜ ਹੀ ਨਹੀਂ ਸੀ। ਜੇ ਮੈਲੇ ਹੋਵਾਂਗੇ ਫਿਰ ਸਫਾਈ ਦੀ ਲੋੜ ਆ, ਜੇ ਮੈਲੇ ਹੀ ਨਾ ਹੋਏ ਤੇ ਫਿਰ ਸਫਾਈ ਦੀ ਕੀ ਲੋੜ ਆ। ਸਫਾਈ ਕਰਨ ਆਉਂਦੇ ਅਵਤਾਰ ਸਾਨੂੰ ਭੁੱਲਿਆ ਹੋਇਆਂ ਨੂੰ ਪਰਮਾਤਮਾ ਨਾਲ ਜੋੜਨ ਦੇ ਵਾਸਤੇ। ਸਤਿਯੁਗ ਦੇ ਵਿੱਚ ਐਸਾ ਕੁਝ ਨਹੀਂ ਸੀ, ਸਾਰੇ ਸੱਚ ਨਾਲ ਜੁੜੇ ਹੋਏ ਸੀ। ਤ੍ਰੇਤੇ ਦੇ ਵਿੱਚ ਰਾਮ ਚੰਦਰ ਦਾ ਨਾਮ ਲਿਆ ਜਾਂਦਾ ਸੀ, ਇਹਨਾਂ ਦਾ ਨਾਮ ਮਸ਼ਹੂਰ ਸੀਗਾ। ਤੇ ਹੁਣ ਆ ਗਿਆ ਦੁਆਪਰ। ਜੁਜ ਮਹਿ ਜੋਰ ਛਲੀ ਚੰਦਰਾ ਬਲ, ਕਾਨ ਕ੍ਰਿਸ਼ਨ
ਜਾਦਮ ਭਇਆ। ਦੁਆਪਰ ਦਾ ਵੇਦ ਹੈ ਜੁਜਰ। ਜੁਜਰ ਵੇਦ ਜੁਜ ਮਹਿ ਜੋਰ ਛਲੀ ਚੰਦਰਾਵਲ। ਚੰਦਰਾਵਲ ਹੈ ਗੋਪੀ ਦਾ ਨਾਮ, ਜਿਹੜੀ ਸ੍ਰੀ ਕ੍ਰਿਸ਼ਨ ਜੀ ਨੇ ਛੜ ਲਿਆ ਸੀ, ਜਿਹਨੂੰ ਉਹ ਬੱਸ ਵਿੱਚ ਕਰ ਲਿਆ ਸੀ। ਕ੍ਰਿਸ਼ਨ ਜਾਦਮ ਭਇਆ, ਜਾਦਮ ਕੁਲ ਦੇ ਵਿੱਚ ਕ੍ਰਿਸ਼ਨ ਜੀ ਪ੍ਰਗਟ ਹੋਏ। ਇਹਨਾਂ ਨੇ ਚੰਦਰਾਵਲ ਗੋਪੀ ਨੂੰ ਛਲਿਆ ਸੀ। ਇਹ ਯਜੁਰਵੇਦ ਆ ਜਿਹੜਾ ਉਸ ਸਮੇਂ ਦੀ ਗੱਲ ਕਰਦਾ ਹੈ। ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮਹਿ ਰੰਗ ਕੀਆ। ਪਾਰ ਜਾਤ ਇੱਕ ਇੰਦਰ ਦੇ ਬਾਗ ਵਿੱਚ ਲੱਗਿਆ ਹੋਇਆ ਮਨੋਕਲਪਿਤ ਰੁੱਖ ਮੰਨਿਆ ਜਾਂਦਾ ਕਿ ਪਾਰ ਜਾਤ ਜਿਹੜਾ ਰੁੱਖ ਆ ਇੰਦਰ ਦੇ ਬਾਗ ਵਿੱਚ ਲੱਗਿਆ ਹੋਇਆ, ਉਹ ਬਾਗ ਦੀ ਉਹਦੀ ਖਾਸੀਅਤ ਕੀ ਆ ਪਾਰ ਜਾਤ ਰੁੱਖ ਦੀ, ਕਿ ਉਹਦੇ ਥੱਲੇ ਬਹਿ ਕੇ ਜੋ ਵੀ ਕਾਮਨਾ ਮਨੁੱਖ ਕਰਦਾ ਉਹ ਪੂਰੀ ਹੋ ਜਾਂਦੀ ਹੈ, ਮਨੌਤਾ ਮੰਨੀ ਜਾਂਦੀ ਹੈ। ਪਾਰ ਜਾਤ ਗੋਪੀ ਲੈ ਆਇਆ, ਆਪਣੀ ਗੋਪੀ ਨੇ, ਉਹਦੀ ਗੋਪੀ ਨੇ ਜਿਹਨੇ ਛੜਿਆ ਸੀ, ਉਹ ਕਹਿੰਦੀ ਮੈਨੂੰ ਉਹ ਇੰਦਰ ਰਾਜੇ ਦਾ ਦਰਖਤ ਲਿਆ ਕੇ ਦੇ, ਪਾਰ ਜਾਤ ਮੈਨੂੰ ਉਹ ਚਾਹੀਦਾ। ਤੇ ਸ੍ਰੀ ਕ੍ਰਿਸ਼ਨ ਜੀ ਉਹ ਲੈ ਕੇ ਆਇਆ। ਪਾਰ ਜਾਤ ਗੋਪੀ ਲੈ, ਗੋਪੀ ਦੀ ਖਾਤਰ ਬਿੰਦਰਾ ਬਨ ਮਹਿ ਰੰਗ ਕੀਆ। ਤੇ ਬਿੰਦਰਾ ਬਨ ਦੇ ਵਿੱਚ ਉਹਨਾਂ ਨੇ ਸ੍ਰੀ ਕ੍ਰਿਸ਼ਨ ਜੀ ਨੇ ਗੋਪੀਆਂ ਨਾਲ ਰੰਗ ਰਲੀਆਂ ਕੀਤੀਆਂ। ਕਲ ਮਹਿ ਵੇਦ ਅਥਰ ਬਣ ਹੁਆ, ਨਾਉ ਖੁਦਾਈ ਅੱਲੋਹ ਭਇਆ। ਤੀਜਾ ਯੁੱਗ ਆ ਗਿਆ ਭਾਈ। ਪਹਿਲਾ ਸਤਯੁਗ, ਫਿਰ ਤ੍ਰੇਤਾ ਸ੍ਰੀ ਰਾਮਚੰਦਰ ਜੀ ਦਾ ਸਮਾਂ, ਫਿਰ ਦੁਆਪਰ ਸ੍ਰੀ ਕ੍ਰਿਸ਼ਨ ਜੀ ਦਾ ਸਮਾਂ, ਹੁਣ ਆ ਗਿਆ ਕਲਯੁਗ ਦਾ ਸਮਾਂ। ਕਲ ਮਹਿ ਵੇਦ ਅਥਰਬਣ ਹੁਆ। ਕਲਯੁਗ ਦੇ ਵਿੱਚ ਵੇਦ ਕਿਹੜਾ ਹੋਇਆ? ਅਥਰਬਣ ਵੇਦ। 4 ਵੇਦ ਆ ਨਾ, ਪਹਿਲਾਂ ਸੀ ਸ਼ਾਮ ਵੇਦ, ਦੂਜੇ ਸਮੇਂ ਹੋਇਆ ਰਿਗ ਵੇਦ, ਤੀਜੇ ਸਮੇਂ ਹੋਇਆ ਯਜੁਰ ਵੇਦ, ਚੌਥੇ ਸਮੇਂ ਕਲਯੁਗ ਦੇ ਸਮੇਂ ਹੋਇਆ ਅਥਰਵ ਵੇਦ। ਇਹ ਜਿਹੜਾ ਟੂਣੇ ਟਾਮਣਾ ਵਾਲਾ ਮੰਨਿਆ ਜਾਂਦਾ, ਭੂਤਾਂ ਪ੍ਰੇਤਾਂ ਵਾਲਾ ਮੰਨਿਆ ਜਾਂਦਾ, ਇਹੋ ਜਿਹੀ ਜਾਣਕਾਰੀ ਆ ਅਥਰਵਣ ਵੇਦ ਦੇ ਵਿੱਚ ਮੰਨੀ ਜਾਂਦੀ। ਨੌ ਖੁਦਾਈ ਅੱਲੋਹ ਭਇਆ, ਤੇ ਖੁਦਾ ਦਾ ਨਾਮ ਵੀ ਮਿਟ ਗਿਆ। ਖੁਦਾ ਦਾ ਨਾਮ ਕੀ ਪੈ ਗਿਆ? ਅੱਲੋਹ ਪੈ ਗਿਆ। ਚਾਹੀਦਾ ਤਾਂ ਇਹ ਸੀ ਵੀ ਚਾਰੇ ਯੁਗਾਂ ਦੇ ਵਿੱਚ ਇੱਕੋ ਹੀ ਨਾਮ ਹੁੰਦਾ, ਇੱਕ ਓੰਕਾਰ ਦਾ, ਪਰ ਇਹ ਸਮੇਂ ਸਮੇਂ 'ਤੇ ਨਾਂ ਵੀ ਬਦਲਦਾ ਗਿਆ। ਖੁਦਾ ਦਾ ਨਾਮ ਅੱਲਾ ਪੈ ਗਿਆ। ਨੀਲ ਬਸਤਰਲੇ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਤੁਰਕਾਂ ਤੇ ਪਠਾਣਾਂ ਦਾ ਰਾਜ ਹੋ ਗਿਆ। ਨੀਲ ਵਸਤਰ, ਨੀਲੇ ਵਸਤਰ ਪਹਿਨਣ ਲੱਗ ਗਏ, ਉਹ ਕੱਪੜੇ ਮਸ਼ਹੂਰ ਹੋ ਗਏ। ਪਹਿਲਾਂ ਚਿੱਟੇ ਕੱਪੜੇ ਸੀਗੇ, ਫਿਰ ਪੀਲੇ ਕੱਪੜੇ ਸੀਗੇ, ਫਿਰ ਲਾਲ ਕੱਪੜੇ ਪਾਏ ਗਏ, ਫਿਰ ਹੁਣ ਕਲਯੁਗ ਦੇ ਸਮੇਂ ਕਾਲਾ ਕੱਪੜਾ, ਨੀਲਾ ਕੱਪੜਾ ਮਸ਼ਹੂਰ ਹੋ ਗਿਆ। ਤੁਰਕ ਪਠਾਣੀ ਅਮਲ ਕੀਆ। ਚਾਰੇ ਵੇਦ ਹੋਏ ਸਚਿਆਰ, ਪੜ੍ਹੈ ਗੁਣੈ 3 4 ਵਿਚਾਰ। ਇਹ ਚਾਰੇ ਵਿਚਾਰਾਂ ਦੀ ਵੇਦਾਂ ਦੀ ਵਿਚਾਰ ਇਹ ਆ ਵੀ ਇਹ ਚਾਰੇ ਵੇਦ ਹੋਏ ਸਚਿਆਰ। ਇਹ ਸਚਿਆਰ ਹੋ ਗਏ ਵੱਖ-ਵੱਖ ਸਮੇਂ, ਵੱਖ-ਵੱਖ ਜਿਹੜਾ ਸੱਚੇ ਕਦੋਂ ਮੰਨਾਂਗੇ ਇਹਨਾਂ ਨੂੰ? ਨਹੀਂ ਤਾਂ ਐਂ ਮੰਨੇ ਜਾਵਾਂਗੇ ਪਰਮਾਤਮਾ ਇੱਕ ਆ। ਸਤਯੁਗ ਵੇਲੇ ਨਾਂ ਹੋਰ ਸੀ, ਪਰਮਾਤਮਾ ਇੱਕ ਆ। ਤ੍ਰੇਤੇ ਵੇਲੇ ਨਾਂ ਹੋਰ ਹੋ ਗਿਆ, ਪਰਮਾਤਮਾ ਇੱਕ ਆ। ਦੁਆਪਰ ਵੇਲੇ ਨਾਂ ਹੋਰ ਹੋ ਗਿਆ, ਪਰਮਾਤਮਾ ਇੱਕ ਆ। ਕਲਯੁਗ ਵੇਲੇ ਨਾਂ ਹੋਰ ਹੋ ਗਿਆ। ਹੁਣ ਇਹ ਵੇਦ ਸਚਿਆਰ ਕਿਵੇਂ ਹੋਣਗੇ? ਜਦੋਂ ਅਸੀਂ ਅੰਦਰ ਦੀ ਵਿਚਾਰ ਕਰਾਂਗੇ, ਅੰਦਰਲੇ ਸਤਯੁਗ ਕਲਯੁਗ ਨੂੰ ਸਮਝਾਂਗੇ। ਅੰਦਰੋਂ ਜਦੋਂ ਅਸੀਂ ਜਾਵਾਂਗੇ ਹੌਲੀ 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 ਕਲਯੁਗ ਦੇ ਵਿੱਚੋਂ ਅਸੀਂ ਬਹੁਤ ਦੂਰੀ ਆ ਪਰਮਾਤਮਾ ਤੋਂ। ਦੁਆਪਰ ਦੇ ਵਿੱਚ ਨੇੜੇ ਹੋ ਗਏ, ਤ੍ਰੇਤੇ ਦੇ ਵਿੱਚ ਹੋਰ ਨੇੜੇ ਹੋ ਗਏ, ਸਤਯੁਗ ਦੇ ਵਿੱਚ ਮਲਾਪ ਹੋ ਗਿਆ। ਚਾਰੇ ਵੇਦ ਚਾਰੇ ਅੰਦਰ ਦੇ ਤੌਰ 'ਤੇ ਜੇ ਵਿਚਾਰ ਕਰਾਂਗੇ, ਭਾਵ ਅਰਥਾਂ ਦੇ ਵਿੱਚ ਵਿਚਾਰ ਕਰਾਂਗੇ, ਤਾਂ ਇਹ ਸਾਰੇ ਸਚਿਆਰ ਹੋ ਜਾਣਗੇ। ਅਖੀਰ ਦੇ ਵਿੱਚ ਇਹ ਜਿਹੜੀ ਜਿੰਨੀ ਵੀ ਉੱਪਰ ਆਪਾਂ ਵਿਚਾਰ ਕੀਤੀ ਹੈ, ਇਹ ਹਿੰਦੂ ਮੱਤ ਦੀ ਵਿਚਾਰ ਆ। ਹੁਣ ਗੁਰਮੱਤ ਕੀ ਸਮਝਾ ਰਹੀ ਹੈ? ਗੁਰਮੱਤ ਨੇ ਉਹੀ ਸਮਝਾਇਆ ਨਾ, ਬਾਹਰ ਦੀ ਬਜਾਏ ਅੰਦਰ। ਤੇ ਹੁਣ ਅਖੀਰਲੀ ਪੰਕਤੀ ਵਿੱਚ ਸਪਸ਼ਟ ਨਿਬੇੜਾ ਵੀ ਕਰ ਰਹੇ ਹਨ ਗੁਰੂ ਬਾਬਾ ਜੀ। ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੋਖ ਅੰਤਰ ਪਾਏ। ਸਮਾਂ ਜਿਹੜਾ ਮਰਜ਼ੀ ਹੋਵੇ ਭਾਈ, ਭਾਵੇਂ ਹੁਣ ਕਲਯੁਗ ਦਾ ਸਮਾਂ, ਸਤਯੁਗ ਤਾਂ ਦੁਬਾਰੇ ਆ ਨਹੀਂ ਸਕਦਾ, ਬਾਹਰੋਂ ਕਿਵੇਂ ਆ ਜਾਊਗਾ? ਅੰਦਰੋਂ ਆ ਸਕਦਾ, ਅੰਦਰੋਂ ਅਸੀਂ ਬਦਲ ਸਕਦੇ ਹਾਂ। ਤਾਂ ਅੰਦਰਲੀ ਗੱਲ ਕੀਤੀ ਆ। ਭਾਉ ਹੁੰਦਾ ਪ੍ਰੇਮ, ਭਾਉ ਭਗਤ ਪ੍ਰੇਮਾ ਭਗਤੀ, ਪ੍ਰੇਮ ਦੀ ਭਗਤੀ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਭਾਉ ਭਗਤ ਕਰ ਨੀਚ ਸਦਾਏ।
ਭਾਈ ਪ੍ਰੇਮ ਦੀ ਭਗਤੀ ਕਰ, ਪ੍ਰਮਾਤਮਾ ਨੂੰ ਪ੍ਰੇਮ ਕਰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰੇਮ ਕਰ, ਤੇ ਨੀਚ ਸਦਾਏ ਤੇ ਹਉਮੈ ਦੇ ਵਿੱਚ ਨਾ ਆ, ਆਪਣੇ ਆਪ ਨੂੰ ਨਿਮਾਣਾ ਰੱਖ। ਭਗਤੀ ਵੀ ਕਰ ਤੇ ਆਪਣੇ ਆਪ ਨੂੰ ਨਿਮਾਣਾ ਵੀ ਸਮਝ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਤਉ ਨਾਨਕ ਮੋਖ ਅੰਤਰ ਪਾਏ। ਜੇ ਬੰਦਾ ਭਗਤੀ ਵੀ ਕਰੇਗਾ, ਹਉਮੈ ਤੋਂ ਵੀ ਬਚੇਗਾ, ਇਹ ਦੋ ਚੀਜ਼ਾਂ ਤੇ ਆਪਣੇ ਧਿਆਨ ਨਾਲ ਚੱਲੇਗਾ, ਭਗਤੀ ਵਾਲੇ ਰਸਤੇ ਤੇ ਹਉਮੈ ਤੋਂ ਬਚ ਕੇ ਚੱਲੇਗਾ, ਤਾਂ ਮੁਕਤੀ ਦੀ ਪ੍ਰਾਪਤੀ ਕਰ ਲਵੇਗਾ। ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੋਖ ਅੰਤਰ ਪਾਏ। ਗੁਰਮਤਿ ਦਾ ਸਿਧਾਂਤ ਇਹ ਹੈ ਭਾਈ, ਭਾਵੇਂ ਕਲਯੁਗ ਸੀ, ਭਾਵੇਂ ਸਤਯੁਗ ਸੀ ਉਹ ਤਾਂ ਚਲਿਆ ਗਿਆ ਹੁਣ, ਭਾਵੇਂ ਤ੍ਰੇਤਾ ਸੀ ਉਹ ਤਾਂ ਚਲਿਆ ਗਿਆ ਹੁਣ, ਭਾਵੇਂ ਦੁਆਪਰ ਸੀ ਉਹ ਵੀ ਚਲਿਆ ਗਿਆ, ਹੋਣਾ ਕਲਯੁਗ ਦਾ ਸਮਾਂ। ਹੁਣ ਕਲਯੁਗ ਬਾਹਰ ਮੰਨ ਲੈਂਦੇ ਆਪਾਂ, ਸਮੇਂ ਦੇ ਮੁਤਾਬਕ ਧਰਮੀ ਪੁਰਸ਼ਾਂ ਨੇ ਕਲਯੁਗ ਮੰਨਿਆ, ਪਰ ਗੁਰੂ ਬਾਬਾ ਜੀ ਸਮਝਾ ਰਹੇ ਨੇ ਤੇਰੇ ਅੰਦਰ ਹੀ ਆ ਚਾਰੇ ਭਾਈ। ਅੱਜ ਵੀ ਸਤਯੁਗ ਦੇ ਵਿੱਚ ਤੂੰ ਹੋ ਸਕਦਾ। ਪਰਿਵਾਰ ਦੇ ਵਿੱਚੋਂ ਕੁਝ ਬੰਦੇ ਸਤਯੁਗ ਦੇ ਵਿੱਚ ਹੋ ਸਕਦੇ, ਕੁਝ ਬੰਦੇ ਕਲਯੁਗ ਦੇ ਵਿੱਚ ਹੋ ਸਕਦੇ। ਮਨਮੁੱਖ ਆ ਜਿਹੜੇ ਅੱਜ ਦੀ ਤਰੀਕ 'ਚ, ਹੁਣ ਦੀ ਸਾਨੂੰ ਸਿੱਖਿਆ ਕੀ ਹੈ, ਜੇ ਤਾਂ ਗੁਰੂ ਨਾਲ ਜੁੜ ਕੇ ਪ੍ਰਮਾਤਮਾ ਨਾਲ ਜੁੜ ਜਾਂਗੇ ਤਾਂ ਅੰਦਰ ਸਤਯੁਗ ਵਾਪਰ ਜੂ, ਤੇ ਜੇ ਨਾ ਜੁੜਾਂਗੇ ਫਿਰ ਕਲਯੁਗ ਵਾਪਰ ਜੂ। ਕਲਯੁਗ ਮੈਨੇ ਮਨਮੁੱਖ, ਸਤਯੁਗ ਮੈਨੇ ਗੁਰਮੁਖ। ਇਹ ਅੱਜ ਵੀ ਤਬਦੀਲੀ ਹੋ ਸਕਦੀ ਹੈ। ਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਸਮਝਾ ਰਹੇ ਹਨ। ਪੌੜੀ। ਸਤਿਗੁਰ ਬਿਟੋਂ ਬਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਸਤਿਗੁਰ, ਸੱਚ ਦਾ ਗਿਆਨ, ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਗੁਰਮੁਖ ਪਿਆਰਿਓ ਸੱਚ ਦਾ ਹੀ ਗਿਆਨ ਆ ਸਾਰਾ। ਜੇ ਕਿਤੇ ਜੁੜ ਜੀਏ, ਜੇ ਕਿਤੇ ਪੜ੍ਹ ਲਈਏ, ਸੁਣ ਲਈਏ, ਸਮਝ ਲਈਏ, ਗੁਰੂ ਬਾਬਾ ਜੀ ਦੇ ਕੋਲ ਬੈਠਿਆ ਕਰੀਏ, ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖਿਆ ਲਈਏ ਬਹਿ ਕੇ। ਸਾਡੇ ਟੀਚਰ ਆ, ਸਾਡੇ ਗੁਰੂ ਆ ਗੁਰੂ ਗ੍ਰੰਥ ਸਾਹਿਬ ਜੀ। ਸਤਿਗੁਰ ਬਿਟੋਂ ਬਾਰਿਆ, ਮੈਂ ਤਾਂ ਸਤਿਗੁਰ ਤੋਂ ਬਲਿਹਾਰ ਜਾਂਦਾ ਹਾਂ। ਜਿਹਨੇ ਸਮਝ ਲਿਆ ਨਾ, ਜਿਹਨੇ ਬਾਣੀ ਨੂੰ ਪੜ੍ਹ ਲਿਆ, ਉਹੀ ਬਲਿਹਾਰ ਜਾ ਸਕਦਾ, ਦੂਜਾ ਨਹੀਂ ਜਾ ਸਕਦਾ। ਦੂਜਾ ਉਨੀ ਸਮਝ ਨਹੀਂ ਹੋਣੀ, ਜਿਵੇਂ ਬਾਹਰੋਂ ਪੂਜਾ ਕਰਦੇ ਆ, ਬਾਹਰੋਂ ਮੱਥੇ ਟੇਕ ਕੇ ਗੱਲ ਨਹੀਂ ਬਣਨੀ ਭਾਈ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੈ ਵਿਚਾਰ। ਜਿਹਨੇ ਸ਼ਬਦ ਦੀ ਵਿਚਾਰ ਕਰ ਲਈ, ਜਿਹਨੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਰੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਪੜ੍ਹ ਲਈ ਨਾ, ਉਹ ਨਿਸ਼ਾਵਰ ਹੋਏ ਬਿਨਾਂ ਰਹਿ ਨਹੀਂ ਸਕਦਾ। ਬਸ ਅਸੀਂ ਪੜ੍ਹਦੇ ਹੀ ਨਹੀਂ, ਅਸੀਂ ਸੁਣਦੇ ਹੀ ਨਹੀਂ, ਸਮਝਦੇ ਹੀ ਨਹੀਂ ਇਹ ਗੱਲ ਨੂੰ ਵੀ ਸਾਡੇ ਵਾਸਤੇ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪੜ੍ਹਾਈ। ਜੇ ਪੜ੍ਹ ਲਈਏ ਤੇ ਬਸ ਫਿਰ ਅੰਦਰੋਂ ਬਲਿਹਾਰ ਹੋ ਜਾਵਾਂਗੇ, ਬਾਰੇ ਜਾਵਾਂਗੇ। ਪੜ੍ਹਨ ਵਾਲੇ ਗੁਰਮੁਖ ਕੀ ਕਹਿੰਦੇ ਆ? ਕਹਿੰਦੇ ਸਤਿਗੁਰ ਬਿਟੋਂ ਬਾਰਿਆ, ਮੈਂ ਸਤਿਗੁਰ ਉਤੋਂ ਬਲਿਹਾਰ ਜਾਂਦਾ ਹਾਂ, ਮੈਂ ਕੁਰਬਾਨ ਜਾਂਦਾ ਹਾਂ। ਪੁਰਾਤਨ ਸਿੱਖਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦੇ ਵਾਸਤੇ। ਕੀ ਕੁਛ ਕਿਹਾ ਜਾਂਦਾ ਸੀ? ਪੰਜਵੇਂ ਪਾਤਸ਼ਾਹ ਜੀ ਤੱਤੀ ਤਵੀ 'ਤੇ ਕਿਉਂ ਬੈਠੇ? ਉਹਨਾਂ ਕਿਹਾ ਜਾਂਦਾ ਸੀ ਵੀ ਮੁਹੰਮਦ ਸਾਹਿਬ ਜੀ ਦਾ ਸ਼ਬਦ ਪਾਓ, ਆਹ ਸ਼ਬਦ ਪਾਓ, ਉਹ ਕਰੋ, ਪਰ ਨਹੀਂ, ਇਹ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਇਹ ਸਭ 'ਤੇ ਲੱਗਣ ਵਾਲੀ ਬਾਣੀ ਹੈ, ਸਭ ਦੇ ਮਨ ਨੂੰ ਸਵਾਰ ਦੇਣ ਵਾਲੀ ਬਾਣੀ ਹੈ, ਕਲਯੁਗ ਤੋਂ ਸਤਯੁਗ ਵਿੱਚ ਪਹੁੰਚਾ ਦੇਣ ਵਾਲੀ ਬਾਣੀ ਹੈ, ਮਨਮੁਖ ਤੋਂ ਗੁਰਮੁਖ ਬਣਾ ਦੇਣ ਵਾਲੀ ਬਾਣੀ ਹੈ। ਬਸ ਅਸੀਂ ਪੜ੍ਹੀਏ, ਸੁਣੀਏ, ਸਮਝੀਏ ਤਾਂ ਸਹੀ। ਜਦੋਂ ਅਸੀਂ ਪੜ੍ਹਾਂਗੇ, ਸੁਣਾਂਗੇ, ਸਮਝਾਂਗੇ, ਫਿਰ ਅਸੀਂ ਬਲਿਹਾਰ ਹੋ ਜਾਵਾਂਗੇ। ਕਿਉਂ ਬਲਿਹਾਰ ਜਾਣਾ ਭਾਈ? ਜਿਤ ਮਿਲਿਆ ਖਸਮ ਸੰਭਾਲਿਆ। ਜੇ ਸਤਿਗੁਰੂ ਮੇਰੀ ਜ਼ਿੰਦਗੀ 'ਚ ਨਾ ਆਉਂਦੇ, ਜੇ ਮੈਂ ਸਤਿਗੁਰੂ ਦੇ ਨਾਲ ਨਾ ਜੁੜਦਾ ਨਾ, ਮੇਰਾ ਸਮਾਂ ਬਰਬਾਦ ਹੋ ਗਿਆ ਸੀ। ਇਹ ਸਮਾਂ ਅਮੋਲਕ ਆ, ਮੁੱਲ ਨਹੀਂ ਲਿਆ ਜਾ ਸਕਦਾ। ਇੱਕ ਸਵਾਸ ਵੀ ਮੁੱਲ ਨਹੀਂ ਮਿਲਣਾ, ਇੱਕ ਦਿਨ ਵੀ ਮੁੱਲ ਨਹੀਂ ਮਿਲਣਾ, ਇੱਕ ਸਾਲ ਵੀ ਮੁੱਲ ਨਹੀਂ ਮਿਲਣਾ। ਇਹ ਸਮਾਂ ਮੁੜ ਕੇ ਦੁਬਾਰੇ ਨਹੀਂ ਆਉਣਾ ਜੋ ਸਮਾਂ ਲੰਘ ਰਿਹਾ ਹੈ। ਤੇ ਮੇਰਾ ਸਮਾਂ ਸੀ ਜਿਹੜਾ ਖਸਮ ਤੋਂ ਬਿਨਾਂ ਲੰਘ ਰਿਹਾ ਸੀ,
ਖਸਮ ਤੋਂ ਬਿਨਾਂ ਹਾਲ ਕੀ ਹੁੰਦਾ ਕਿ ਇੱਕ ਪਰਿਵਾਰ ਆ, ਜਿੱਥੇ ਪਰਿਵਾਰ ਰਹਿ ਰਿਹਾ, ਪਤੀ ਪਤਨੀ ਰਹਿ ਰਹੇ ਆ, ਬੱਚੇ ਰਹਿ ਰਹੇ ਆ, ਦੂਜੇ ਪਾਸੇ ਆ ਜਿਹੜੇ ਰੁੱਸੇ ਹੋਏ ਲੜੇ ਹੋਏ ਆਪਸ ਵਿੱਚ ਰਹਿ ਰਹੇ ਆ, ਉਹ ਘਰ ਦੀ ਹਾਲਤ ਦੇਖ ਲਓ, ਤੇ ਜਿੱਥੇ ਰਲ ਕੇ ਰਹਿੰਦੇ ਆ ਉਹ ਘਰ ਦੀ ਹਾਲਤ ਦੇਖ ਲਓ। ਇਹੀ ਸਾਡਾ ਸਰੀਰ ਰੂਪੀ ਘਰ ਆ ਭਾਈ। ਜੇ ਅਸੀਂ ਖਸਮ ਨਾਲ ਜੁੜ ਜਾਾਂਗੇ, ਅੱਜ ਤੱਕ ਮੈਂ ਸਤਿਗੁਰੂ ਦੇ ਨਾਲ ਨਹੀਂ ਜੁੜਿਆ ਸੀ ਤਾਂ ਮੈਂ ਦੁਖੀ ਸੀ, ਦੁੱਖਾਂ ਦੇ ਵਿੱਚ ਸੀ, ਮੇਰੀ ਜ਼ਿੰਦਗੀ ਬਰਬਾਦ ਸੀ, ਔਗਣਾ ਦਾ ਮੈਂ ਭਰਿਆ ਹੋਇਆ ਸੀ। ਹੁਣ ਮੈਂ ਗੁਰੂ ਤੋਂ ਬਲਿਹਾਰ ਜਾਨਾ, ਸਤਿਗੁਰੂ ਤੋਂ ਕੁਰਬਾਨ ਜਾਨਾ। ਕਿਉਂਕਿ ਜਿਨ੍ਹਾਂ ਦੇ ਮਿਲਣ ਦੇ ਨਾਲ ਜਦੋਂ ਮੈਨੂੰ ਮੱਤ ਦੇਣ ਲੱਗੇ, ਜਦੋਂ ਮੈਂ ਅਕਲ ਬਹਿ ਕੇ ਲੈਣ ਲੱਗਿਆ ਗੁਰੂ ਤੋਂ, ਗੁਰੂ ਜੀ ਦੇ ਕੋਲ ਬੈਠਣ ਲੱਗ ਗਿਆ, ਜਿਵੇਂ ਕੋਈ ਬੱਚਾ ਟੀਚਰ ਦੇ ਕੋਲ ਜਾ ਕੇ ਬੈਠ ਕੇ ਪੜ੍ਹਨ ਲੱਗ ਜਾਂਦਾ, ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਇਸ ਤਰ੍ਹਾਂ ਪੜ੍ਹਨ ਲੱਗਿਆ ਤਾਂ ਮੈਨੂੰ ਆਨੰਦ ਆ ਗਿਆ, ਮੈਨੂੰ ਨਜ਼ਾਰਾ ਆ ਗਿਆ, ਮੇਰਾ ਖਸਮ ਸੰਭਾਲਿਆ ਗਿਆ। ਅੰਦਰੋਂ ਹੀ ਜਿਹੜਾ ਸੀ ਮੈਂ ਸਤਿਯੁਗ ਮੈਨੂੰ ਪ੍ਰਤੀਤ ਹੋ ਗਿਆ। ਤਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਲਿਹਾਰ ਜਾਂਦਾ ਹਾਂ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇੰਨੀ ਨੇਤਰੀ ਜਗਤ ਨਿਹਾਲਿਆ। ਕਿਉਂ ਬਲਿਹਾਰ ਜਾਣਾ ਬਣਦਾ? ਜਿਵੇਂ ਜਿਵੇਂ ਜੇ ਗੁਰਬਾਣੀ ਨੂੰ ਪੜ੍ਹਾਂਗੇ ਨਾ ਗੁਰਮੁਖੋ, ਵਾਰ-ਵਾਰ ਮੈਂ ਇਸੇ ਕਰਕੇ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੋ, ਆਪ ਜੁੜੋ, ਗੁਰਬਾਣੀ ਨੂੰ ਪੜ੍ਹੋ, ਸੁਣੋ, ਸਮਝੋ, ਤੇ ਇਹਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਦਾ ਇੰਤਜ਼ਾਮ ਕਰੋ। ਪਤਾ ਲੱਗੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਕੀ ਹੈ, ਫਿਰ ਗੱਲ ਬਣਨੀ ਸ਼ੁਰੂ ਹੋਵੇਗੀ। ਕਿਉਂ ਬਲਿਹਾਰ ਜਾਂਦੇ ਆ ਭਾਈ ਗੁਰੂ ਗ੍ਰੰਥ ਸਾਹਿਬ ਜੀ ਤੋਂ? ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ। ਗਿਆਨ ਅੰਜਨ, ਅੰਜਨ ਹੁੰਦਾ ਸੁਰਮਾ, ਸੁਰਮਾ ਗਿਆਨ ਦਾ ਪਾ ਦਿੱਤਾ ਅੱਖਾਂ ਦੇ ਵਿੱਚ। ਪਹਿਲਾਂ ਮੈਨੂੰ ਕੁਝ ਨਹੀਂ ਦੀਂਦਾ ਸੀ, ਮੈਂ ਸੈਲਫਨੈਸ ਸੀਗਾ, ਆਪਣੇ ਆਪ ਦਾ ਹੀ ਮਤਲਬੀ ਸੀਗਾ, ਮੈਂ ਆਪਣੇ ਪਰਿਵਾਰ ਤੱਕ ਸੀਮਤ ਸੀ, ਬਾਕੀ ਦੁਨੀਆ ਜਾਵੇ ਖੂਹ 'ਚ, ਸਮਾਜ ਜਾਵੇ ਖੂਹ 'ਚ। ਤੇ ਜਦੋਂ ਦਾ ਮੈਨੂੰ ਗਿਆਨ ਅੰਜਨ ਦਿੱਤਾ, ਮੇਰੀਆਂ ਸੁਰਤੀਆਂ ਬਿਰਤੀਆਂ ਖੁੱਲ੍ਹ ਗਈਆਂ, ਮੈਨੂੰ ਪਤਾ ਲੱਗ ਗਿਆ ਵੀ ਮੇਰਾ ਵੀ ਕੁਝ ਫਰਜ਼ ਆ, ਮੇਰੇ ਵੀ ਕੁਝ ਡਿਊਟੀਆਂ ਮੈਨੂੰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਭੇਜਿਆ। ਮੈਂ ਮਾਇਆ ਦੀ ਨੀਂਦ ਦੇ ਵਿੱਚ ਸੁੱਤਾ ਪਿਆ, ਮੈਂ ਅੰਨਾ ਹੋਇਆ ਪਿਆ, ਮੇਰੇ ਗੁਰੂ ਨੇ ਗਿਆਨ ਦਾ ਸੁਰਮਾ ਪਾ ਦਿੱਤਾ। ਕੀ ਹੋਇਆ ਫਿਰ? ਇੰਨੀ ਨੇਤਰੀ ਜਗਤ ਨਿਹਾਲਿਆ। ਇਹਨਾਂ ਨੇਤਰਾਂ ਦੇ ਨਾਲ ਜਗਤ ਨੂੰ ਨਿਹਾਲਣ ਦੀ ਅਕਲ ਆ ਗਈ, ਜਗਤ ਨੂੰ ਦੇਖਣ ਦੀ ਅਕਲ ਆ ਗਈ। ਇੱਕ ਤਾਂ ਗਿਆਨਵਾਨ ਨੇ ਜਗਤ ਨੂੰ ਦੇਖਣਾ, ਇੱਕ ਅਗਿਆਨੀ ਨੇ ਜਗਤ ਨੂੰ ਦੇਖਣਾ। ਭਾਵ ਅਰਥ ਕਿ ਮੈਂ ਕੋਰਾ ਸੀ, ਅਗਿਆਨੀ ਸੀ, ਕਿਸੇ ਗੱਲ ਦਾ ਪਤਾ ਨਹੀਂ ਸੀ। ਜਦੋਂ ਸਤਿਗੁਰੂ ਦੇ ਨਾਲ ਜੁੜਿਆ, ਸਤਿਗੁਰੂ ਨੇ ਗਿਆਨ ਅੰਜਨ ਦਿੱਤਾ, ਤਾਂ ਮੈਨੂੰ ਸਾਰਾ ਕੁਝ ਹੀ ਪਤਾ ਲੱਗ ਗਿਆ, ਆਪਣੇ ਅੰਦਰ ਦਾ ਵੀ ਤੇ ਬਾਹਰਲੇ ਜਗਤ ਦਾ ਵੀ। ਕਿਉਂਕਿ ਜਦੋਂ ਅੰਦਰੋਂ ਪ੍ਰਕਾਸ਼ ਹੋ ਗਿਆ ਨਾ, ਫਿਰ ਬਾਹਰੋਂ ਪਤਾ ਲੱਗਣਾ। ਨਹੀਂ, ਜੇ 100 ਚੰਦਾ ਉਗਵਹਿ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਗੁਰੂ ਕੀ ਕਰਦੇ ਆ? ਗੁਰਬਾਣੀ ਕੀ ਕਰਦੀ ਆ? ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਬਸੈ ਮਨ ਆਏ। ਕਰਮਾਂ ਵਾਲੇ ਆ ਭਾਈ, ਜਿਨ੍ਹਾਂ ਦੇ ਮਨਾਂ 'ਚ ਬਸ ਜਾਂਦੀ ਹੈ ਇਹ ਸੁਰਮਾ, ਗੁਰੂ ਤੋਂ ਅੱਖਾਂ ਦੇ ਵਿੱਚ ਪੁਆ ਲੈਂਦੇ ਹਨ। ਕਿਹੜੀਆਂ ਅੱਖਾਂ 'ਚ? ਮਨ ਤੇ ਬੁੱਧ ਦੀਆਂ ਅੱਖਾਂ ਦੇ ਵਿੱਚ। ਕਿਉਂਕਿ ਇਹ ਅੱਖਾਂ 'ਚ ਸੁਰਮਾ ਕਿਵੇਂ ਪੈਣਾ? ਜਦੋਂ ਮਨ ਨੂੰ ਅਕਲ ਆ ਗਈ। ਇਹ ਅੱਖਾਂ ਤਾਂ ਸਥੂਲ ਆ, ਇਹ ਤਾਂ ਇਸੇ ਤਰ੍ਹਾਂ ਹੀ ਰਹਿੰਦੀਆਂ, ਇਹਨਾਂ ਦੇ ਵਿੱਚ ਦੀ ਦੇਖਣ ਵਾਲਾ ਤਾਂ ਮਨ ਆ। ਜਦੋਂ ਮਨ ਗਿਆਨਵਾਨ ਹੋ ਗਿਆ, ਇਹਨਾਂ ਅੱਖਾਂ ਵਿੱਚ ਦੀ ਚੰਗਾ ਦੇਖੇਗਾ, ਜਗਤ ਨੂੰ ਸਹੀ ਦੇਖੇਗਾ, ਗਲਤ ਨਿਗਾਹ ਹਟ ਜਾਵੇਗੀ, ਭੁਲੇਖੇ ਭਰਮ ਸਾਰੇ ਟੁੱਟ ਜਾਣਗੇ, ਸੱਚ ਹੀ ਸੱਚ ਦਿਸਣ ਲੱਗ ਜਾਵੇਗਾ ਜੀ। ਖਸਮ ਛੋੜ ਦੂਜੈ ਲੱਗੇ, ਡੂਬੇ ਸੇ ਬਣ ਜਾ ਰਿਹਾ। ਖਸਮ ਛੋੜ, ਇੱਕ ਤਾਂ ਅਕਾਲ ਪੁਰਖ ਪ੍ਰਮਾਤਮਾ ਸਭ ਦਾ ਖਸਮ ਆ ਭਾਈ, ਦੂਜਾ ਸਾਡੇ ਵਾਸਤੇ ਗੁਰ ਪਰਮੇਸ਼ਰ ਏਕੋ ਜਾਣ। ਗੁਰੂ ਤੇ ਪਰਮੇਸ਼ਰ ਸਾਡੇ ਵਾਸਤੇ ਇੱਕੋ ਹੀ ਆ। ਸਿੱਖਾਂ ਦੇ ਵਾਸਤੇ ਹੈ, ਸਾਰਿਆਂ ਦੇ ਵਾਸਤੇ। ਜੇ ਕੋਈ ਵੀ ਸਿੱਖ ਬਣਨਾ ਚਾਹੁੰਦਾ, ਧਰਮ ਦਾ ਕੋਈ ਮਕਸਦ ਨਹੀਂ ਹੈ ਇੱਥੇ, ਬਸ ਮਨ ਸੁਣਨ ਵਾਲਾ ਚਾਹੀਦਾ। ਮੁਸਲਮਾਨ ਵੀਰ ਨੂੰ ਵੀ ਕਿਹੋ ਜਿਹਾ ਨਮਾਜ਼ੀ ਹੋਣਾ ਚਾਹੀਦਾ, ਉਹ ਵੀ ਸਮਝਾਇਆ ਗਿਆ। ਪੰਡਤ ਕਿਹੋ ਜਿਹਾ ਹੋਣਾ ਚਾਹੀਦਾ, ਬ੍ਰਾਹਮਣ ਕਿਹੋ ਜਿਹਾ ਹੋਣਾ ਚਾਹੀਦਾ, ਉਹ ਵੀ ਸਮਝਾਇਆ ਗਿਆ। ਜੋਗੀ ਕਿਹੋ ਜਿਹਾ ਹੋਣਾ ਚਾਹੀਦਾ, ਉਹ ਵੀ ਸਮਝਾਇਆ ਗਿਆ। ਤੇ ਜੇ ਸਿੱਖ ਬਣ ਜਾਈਏ, ਤੇ ਸਾਡੇ ਸਿੱਖਾਂ ਵਾਸਤੇ ਤਾਂ ਬਹੁਤ ਹੀ ਜ਼ਰੂਰੀ ਹੈ। ਇਹ ਇੱਕ ਤਰ੍ਹਾਂ ਦੀ ਭਾਈ ਸਾਨੂੰ ਲਾਹਣਤ ਪੈ ਰਹੀ ਆ, ਖਸਮ ਛੋੜ ਦੂਜਾ ਲੱਗੇ। ਜਿਹੜੀ ਪਤਨੀ ਆਪਣੇ ਪਤੀ ਨੂੰ ਛੱਡ ਕੇ ਉਰੇ ਪਰੇ ਤੁਰੀ ਫਿਰੇ, ਆਪਾਂ ਕੀ ਕਹਿੰਦੇ ਆ?
ਜਿਹੜੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਉਰੇ ਪਰੇ ਤੁਰੇ ਫਿਰਦੇ ਆ ਸਿੱਖ, ਤੇ ਆਪਾਂ ਉਹਨਾਂ ਨੂੰ ਵੀ ਉਹੀ ਕਹਾਂਗੇ ਜੋ ਪਤਨੀ ਪਤੀ ਨੂੰ ਛੱਡ ਕੇ ਚਲੀ ਜਾਂਦੀ ਹੈ, ਜੋ ਉਹਨੂੰ ਕਹਿੰਦੇ ਆ ਡੂਬੇ ਸੇ ਬਣ ਜਾ ਰਿਹਾ। ਇਹ ਝੂਠ ਦੇ ਵਣਜ ਵਿੱਚ ਫਸ ਗਏ, ਜਿਹੜੇ ਗੁਰੂ ਤੋਂ ਟੁੱਟ ਗਏ, ਗੁਰੂ ਤੋਂ ਪਾਸਾ ਵੱਟ ਲਿਆ, ਜਿਹੜੇ ਮਨਾਂ ਨੇ, ਜਿਹੜੇ ਬੰਦਿਆਂ ਨੇ, ਉਹ ਨਹੀਂ ਬਚਦੇ, ਡੂਬੇ ਸੇ ਬਣ ਜਾ ਰਿਹਾ। ਉਹਨਾਂ ਨੇ ਵਣਜ ਸਹੀ ਨਹੀਂ ਕੀਤਾ ਭਾਈ, ਉਹ ਡੁੱਬ ਗਏ ਭਵਜਲ ਦੇ ਵਿੱਚ, ਵਿਕਾਰਾਂ ਦੇ ਵਿੱਚ ਖਤਮ ਹੋ ਗਏ। ਜਿਹੜੇ ਇੱਕ ਪ੍ਰਮਾਤਮਾ ਨੂੰ ਛੱਡ ਕੇ, ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਹੋਰ ਪਾਸੇ ਤੁਰੇ ਫਿਰਦੇ ਹਨ। ਸਤਿਗੁਰੂ ਹੈ ਬੋਹਥਾ ਬਿਰਲੇ ਕਿਨਹਿ ਵਿਚਾਰਿਆ। ਇਹ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਜੀ, ਇਹ ਇਹੋ ਜਿਹੇ ਜਹਾਜ਼ ਆ। ਬੋਹਤਾ ਹੁੰਦਾ ਜਹਾਜ਼, ਇਹ ਨਾਮ ਦਾ ਜਹਾਜ਼ ਆ, ਇਹ ਗਿਆਨ ਦਾ ਜਹਾਜ਼ ਆ ਭਾਈ। ਜਹਾਜ਼ ਦੇ ਵਿੱਚ ਜੇ ਕਿਸ਼ਤੀ ਹੋਵੇ ਨਾ ਲੱਕੜ ਦੀ, ਜਾਂ ਆਪਾਂ ਜਹਾਜ਼ ਕਹਿ ਲਈਏ, ਮਣਾ ਮੂੰਹੀ ਲੋਹਾ ਵੀ ਜਹਾਜ਼ ਲੈ ਕੇ ਤਰ ਜਾਂਦਾ। ਜੇ ਸਤਿਗੁਰੂ ਨਾਲ ਜੁੜ ਜਾਾਂਗੇ, ਜੇ ਸਤਿਗੁਰੂ ਦੇ ਜਹਾਜ਼ ਵਿੱਚ ਬਹਿ ਜਾਾਂਗੇ, ਅਸੀਂ ਭਾਵੇਂ ਮਣਾ ਮੂੰਹੀ ਲੋਹੇ ਵਾਲੇ ਆ, ਵਿਕਾਰਾਂ ਵਾਲੇ ਆ, ਔਗਣਾ ਵਾਲੇ ਆ, ਤੇ ਤਰ ਜਾਾਂਗੇ ਗੁਰੂ ਦੇ ਸਤਿਗੁਰੂ ਦੇ ਜਹਾਜ਼ ਵਿੱਚ ਬਹਿ ਕੇ। ਪਰ ਮਹਾਰਾਜ ਨੇ ਨਾਲ ਹੀ ਸਮਝਾ ਦਿੱਤਾ, ਕਿਸੇ ਦੇ ਬਿਰਲੇ ਬਿਰਲੇ ਦੇ ਹਿੱਸੇ ਗੱਲ ਆਉਣੀ ਹੈ। ਬਿਰਲੇ ਕਿਨੇ ਵਿਚਾਰਿਆ, ਬਹੁਤੇ ਤਾਂ ਉੱਤੋਂ ਉੱਤੋਂ ਮੱਥਾ ਟੇਕਦੇ ਹੀ ਰਹਿ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤੇ ਉਹ ਤੋਂ ਕੀ ਅਕਲ ਆਉਣੀ ਹੈ ਫਿਰ ਜਿੰਨਾ ਚਿਰ ਵਿਚਾਰੇ ਹੀ ਨਾ। ਤਾਂ ਵਿਰਲੇ ਵਿਰਲੇ ਜਿਹੜੇ ਹੈਗੇ ਆ ਵੇ ਰਲੇ, ਉਹ ਰਲ ਗੱਡ ਨਹੀਂ ਹੁੰਦੇ ਦੂਜਿਆਂ 'ਚ। ਵਿਰਲੇ ਕਿਨੇ ਵਿਚਾਰਿਆ, ਜਿਨ੍ਹਾਂ ਨੇ ਵਿਚਾਰ ਲਿਆ ਗੁਰਬਾਣੀ ਨੂੰ, ਉਹ ਵਿਰਲੇ ਹੋ ਗਏ, ਉਹ ਉੱਪਰ ਹੋ ਗਏ, ਉਹ ਗੁਰਮੁਖ ਹੋ ਗਏ, ਉਹ ਸਮਝ ਲਓ ਸਤਿਗੁਰੂ ਦੇ ਜਹਾਜ਼ ਦੇ ਵਿੱਚ ਬਹਿ ਗਏ। ਕਰ ਕਿਰਪਾ ਪਾਰ ਉਤਾਰਿਆ। ਜਿਹੜੇ ਸਤਿਗੁਰੂ ਦੇ ਜਹਾਜ਼ ਦੇ ਵਿੱਚ ਬਹਿ ਗਏ, ਉਹਨਾਂ 'ਤੇ ਕਿਰਪਾ ਹੋ ਗਈ, ਉਹ ਭਵਜਲ ਤੋਂ ਪਾਰ ਪੈ ਗਏ ਭਾਈ। ਪਹਿਲਾਂ ਪੜ੍ਹਦੇ ਹੁੰਦੇ ਸੀ ਗੁਰਮੁਖ ਪਿਆਰਿਓ, ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਆਜੋ ਜੀ ਨੇ ਪਾਰ ਲੰਘਣਾ। ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਆਜੋ ਜੀ ਨੇ ਪਾਰ ਲੰਘਣਾ। ਆਓ ਗੁਰਮੁਖ ਪਿਆਰਿਓ, ਸਾਰਿਆਂ ਦੇ ਚਰਨਾਂ ਦੇ ਵਿੱਚ ਮੇਰੀ ਹੱਥ ਜੋੜ ਕੇ ਤੁਹਾਡੇ ਚਰਨਾਂ 'ਤੇ ਸੀਸ ਰੱਖ ਕੇ ਬੇਨਤੀ ਕਰਦਾ ਕਿ ਸਤਿਗੁਰੂ ਦੇ ਨਾਲ ਜੁੜ ਜਾਓ, ਗੁਰਬਾਣੀ ਦੇ ਨਾਲ ਜੁੜ ਜਾਓ, ਗੁਰਬਾਣੀ ਨੂੰ ਪੜ੍ਹੋ, ਸੁਣੋ, ਸਮਝੋ, ਤੇ ਭਵਜਲ ਤੋਂ ਪਾਰ ਹੋ ਜਾਵਾਂਗੇ। ਜੀਵਨ ਸਫਲ ਕਰਕੇ ਜਾਵਾਂਗੇ, ਆਵਾਗੌਣ ਕੱਟ ਲਾਵਾਂਗੇ ਆਪਣੇ ਹੱਥੀਂ ਆਪਣਾ। ਤੇ ਉਹ ਜਿਹੜਾ ਕਾਰਜ ਆ ਵਿਛੋੜਾ ਪਿਆ ਹੋਇਆ, ਜਿਹੜਾ ਅਸਲ ਕੰਮ ਕਰਨ ਵਾਲਾ, ਜੋ ਆਪ ਹੀ ਮਨੁੱਖ ਕਰ ਸਕਦਾ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ, ਸਾਡਾ ਕਾਜ ਸਵਰ ਜਾਵੇਗਾ। ਆਓ ਸਤਿਗੁਰੂ ਦੇ ਨਾਲ ਜੁੜੋ ਭਾਈ। ਸਤਿਗੁਰੂ ਬਿਟੋਂ ਬਾਰਿਆ, ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇੰਨੀ ਨੇਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜੈ ਲੱਗੇ, ਡੂਬੇ ਸੇ ਬਣ ਜਾ ਰਿਹਾ। ਸਤਿਗੁਰੂ ਹੈ ਬੋਹਥਾ ਬਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ 'ਤੇ ਕਿਰਪਾ ਕਰਨ। ਸੁਣਿਆ ਕਰੋ ਭਾਈ। ਤੇ ਸਾਡੇ ਇਸ ਜਿਹੜਾ ਹੈ ਸਾਡਾ ਚੱਲ ਰਿਹਾ ਗੁਰਮਤ ਵਿਦਿਆਲਾ ਪਿੰਡ ਅਖਾੜਾ, ਇਹ ਪੇਜ ਚੱਲ ਰਿਹਾ ਜੋ ਬਣਾਇਆ ਸਾਡਾ ਇਹ ਗੁਰਮੁਖਾਂ ਨੇ, ਇਹਨੂੰ ਲਾਈਕ ਵੀ ਕਰੋ, ਇਹਨੂੰ ਸ਼ੇਅਰ ਵੀ ਕਰੋ, ਤਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਇਹ ਵਿਚਾਰ ਜਾਵੇ। ਜਿਹੜੇ ਇਸ ਤਰ੍ਹਾਂ ਮਦਦ ਕਰ ਸਕਦੇ ਆ ਸਾਡੀ, ਲਾਈਕ ਸ਼ੇਅਰ ਕਰਕੇ ਜ਼ਰੂਰ ਭਾਈ ਹੌਸਲਾ ਵਧਾਈ ਕਰੋ। ਅਤੇ ਬਸ ਆਖਰ ਦੇ ਵਿੱਚ ਇਹੀ ਬੇਨਤੀ ਆ, ਭਵਜਲ ਤੋਂ ਤਰ ਜਾਣਾ ਹੀ ਸਭ ਤੋਂ ਵੱਡੀ ਗੱਲ ਆ। ਦੁਨੀਆ 'ਚ ਜਿੱਡੇ ਮਰਜ਼ੀ ਵੱਡੇ ਬਣ ਜਾਈਏ, ਸਾਡਾ ਆਵਾਗਾਉਣ ਖਤਮ ਨਹੀਂ ਹੋਵੇਗਾ, ਸਾਡੀ ਭਟਕਣਾ ਖਤਮ ਨਹੀਂ ਹੋਵੇਗੀ, ਅਸੀਂ ਪਰਮ ਆਨੰਦ ਦੀ ਅਵਸਥਾ ਪ੍ਰਾਪਤ ਨਹੀਂ ਕਰ ਸਕਾਂਗੇ। ਜੇ ਪਰਮ ਆਨੰਦ ਦੀ ਅਵਸਥਾ ਪ੍ਰਾਪਤ ਕਰਨੀ ਚਾਹੁੰਦੇ ਆ ਤਾਂ ਸਤਿਗੁਰੂ ਦੇ ਨਾਲ ਜੁੜੋ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਮਨ ਦੇ ਵਿੱਚ ਵਧਾਈਆਂ ਹੋ ਜਾਣਗੀਆਂ, ਖੁਸ਼ੀਆਂ ਖੇੜੇ ਆ ਜਾਣਗੇ, ਆਨੰਦ ਮੰਗਲ ਹੋ ਜਾਣਗੇ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।